हाँ जी। हाँ, तो ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਹੈਗਾ ਜੀ 66 ਕੇਵੀ ਗ੍ਰਿਡ ਸਬਸਟੇਸ਼ਨ ਕੰਪੋਨੈਂਟ। ਤਾਂ ਪਾਵਰ ਸਿਸਟਮ ਦੇ ਵਿੱਚ ਤਿੰਨ ਚੀਜ਼ਾਂ ਮੇਨ ਨੇ ਜੀ। ਨੰਬਰ 1 ਤੇ ਜਨਰੇਸ਼ਨ, ਨੰਬਰ 2 ਟਰਾਂਸਮਿਸ਼ਨ, ਨੰਬਰ 3 ਤੇ ਆ ਗਈ ਡਿਸਟ੍ਰੀਬਿਊਸ਼ਨ। ਸਾਡੀ ਜਿਹੜੀ ਇਲੈਕਟ੍ਰੀਸਿਟੀ ਹੈ ਉਹ ਇੱਕ ਜਨਰੇਸ਼ਨ ਸਬ ਸਟੇਸ਼ਨ ਤੋਂ ਜਨਰੇਟ ਹੁੰਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ। ਉਹ ਕਈ ਤਰ੍ਹਾਂ ਦੇ ਨੇ, ਜਿਵੇਂ ਹਾਈਡਰੋ ਪਲਾਂਟ ਹੋ ਗਏ, ਥਰਮਲ ਪਾਵਰ ਪਲਾਂਟ ਹੋ ਗਏ, ਨਿਊਕਲੀਅਰ ਪਾਵਰ ਪਲਾਂਟ ਹੋ ਗਏ, ਟਾਈਡਲ ਵਿੰਡ ਐਨਰਜੀ। ਇਹ ਸਾਡੇ ਜਨਰੇਟਿੰਗ ਸਟੇਸ਼ਨ ਨੇ ਜਿੱਥੋਂ ਅਸੀਂ ਇਲੈਕਟ੍ਰੀਸਿਟੀ ਨੂੰ ਜਨਰੇਟ ਕਰਦੇ ਹਾਂ। ਤੇ ਜਨਰੇਸ਼ਨ ਤੋਂ ਬਾਅਦ ਜਿਹੜੀ ਜਨਰੇਸ਼ਨ ਹੁੰਦੀ ਹੈ ਉਹ ਲਗਭਗ ਸਾਡੀ 11 kV 11 kV ਹੁੰਦੀ ਹੈ। ਉਸ ਤੋਂ ਬਾਅਦ ਇਸ ਨੂੰ ਸਟੈਪ ਅਪ ਟਰਾਂਸਫਾਰਮਰ ਦੁਆਰਾ ਸਟੈਪ ਅਪ ਕੀਤਾ ਜਾਂਦਾ ਹੈ ਹਾਈ ਵੋਲਟੇਜ ਦੇ ਵਿੱਚ। ਹਾਈ ਵੋਲਟੇਜ ਦੇ ਵਿੱਚ ਸਟੈਪ ਅਪ ਕੀਤਾ ਜਾਂਦਾ ਹੈ। ਸਟੈਪ ਅਪ ਕਰਨ ਤੋਂ ਬਾਅਦ ਹਾਈ ਵੋਲਟੇਜ ਨੂੰ ਟਰਾਂਸਮਿਟ ਕੀਤਾ ਜਾਂਦਾ ਹੈ, ਕਿਉਂਕਿ ਜੇਕਰ ਲੋ ਵੋਲਟੇਜ ਨੂੰ ਅਸੀਂ ਟਰਾਂਸਮਿਟ ਕਰਦੇ ਹਾਂ ਤਾਂ ਉਹਦੇ ਨਾਲ ਲਾਈਨ ਲੋਸਿਸ ਨੇ ਜਿਹੜੇ ਵਧਣ ਦੇ ਜ਼ਿਆਦਾ ਨੇ, ਲਾਈਨ ਲੋਸਿਸ ਜ਼ਿਆਦਾ ਹੋ ਰਹੇ ਨੇ, ਕਿਉਂਕਿ ਜਿੰਨੀ ਵੋਲਟੇਜ ਜ਼ਿਆਦਾ ਹੋਏਗੀ ਉਨਾ ਕਰੰਟ ਘੱਟ ਹੋਏਗਾ ਤੇ ਸਾਡੇ ਲਾਈਨ ਲੋਸਿਸ ਵੀ ਘੱਟ ਹੋਣਗੇ। ਇਸ ਕਰਕੇ ਤੇ ਜਿੰਨੀ ਵੋਲਟੇਜ ਘੱਟ ਹੋਏਗੀ ਟਰਾਂਸਮਿਸ਼ਨ ਦੇ ਵਿੱਚ ਉਨੇ ਲਾਈਨ ਲੋਸਿਸ I²R ਲੋਸਿਸ ਜ਼ਿਆਦਾ ਹੋਣਗੇ। ਇਸ ਕਰਕੇ ਇਹਨਾਂ ਲੋਸਿਸ ਨੂੰ, ਲਾਈਨ ਲੋਸਿਸ ਨੂੰ, ਟਰਾਂਸਮਿਸ਼ਨ ਲੋਸਿਸ ਨੂੰ ਮਿਨੀਮਾਈਜ਼ ਕਰਨ ਲਈ ਹਾਈ ਵੋਲਟੇਜ ਦੇ ਵਿੱਚ ਲਗਭਗ 220 kV 220 kV ਦੇ ਵਿੱਚ ਟਰਾਂਸਮਿਟ ਲਾਈਨਾਂ ਨੂੰ ਟਰਾਂਸਮਿਟ ਕੀਤਾ ਜਾਂਦਾ ਹੈ, ਜਿਹਨੂੰ ਅਸੀਂ ਪ੍ਰਾਇਮਰੀ ਟਰਾਂਸਮਿਸ਼ਨ ਲਾਈਨਾਂ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਜਿਹੜੀ ਟਰਾਂਸਮਿਸ਼ਨ ਲਾਈਨ ਕਨੈਕਟ ਹੁੰਦੀ ਹੈ ਉਹ ਹੁੰਦੀ ਹੈ ਸਬ ਸਟੇਸ਼ਨ ਦੇ ਵਿੱਚ, ਜਿਸ ਨੂੰ ਅਸੀਂ ਹੈਲੋ ਹਾਂਜੀ ਨੈਕਸਟ ਕਰ ਦਿਓ ਸਰ। ਟਰਾਂਸਮਿਸ਼ਨ ਤੋਂ ਬਾਅਦ ਜਿਹੜੀ ਲਾਈਨ ਹੈ, ਮੇਨ ਲਾਈਨ ਹੈ 220 kV, ਇੱਕ 220 kV ਸਬ ਸਟੇਸ਼ਨ ਦੇ ਵਿੱਚ ਐਂਟਰ ਕਰਦੀ। 220 kV ਸਬ ਸਟੇਸ਼ਨ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਪੋਨੈਂਟ, ਮੇਨ ਜਿਹੜਾ ਯੰਤਰ ਲਗਾਇਆ ਜਾਂਦਾ ਹੈ ਜਿਸ ਨਾਲ ਸਪਲਾਈ ਨੂੰ ਅਸੀਂ ਆਈਸੋਲੇਟ ਕਰ ਸਕਦੇ ਹਾਂ, ਉਹਦਾ ਨਾਂ ਹੈਗਾ ਆਈਸੋਲੇਟਰ ਕਮ ਅਰਥ ਸਵਿਚ। ਆਈਸੋਲੇਟਰ ਕਮ ਅਰਥ ਸਵਿਚ ਇੱਕ ਐਸਾ ਮਕੈਨੀਕਲ ਇੰਸਟਰੂਮੈਂਟ ਹੈ ਜਿਸ ਦੀ ਸਹਾਇਤਾ ਦੇ ਨਾਲ ਅਸੀਂ ਮੇਨ ਸਪਲਾਈ ਨੂੰ, ਜੋ ਕਿ ਸਾਡੇ ਲਈ ਜਨਰੇਟਿੰਗ ਸਟੇਸ਼ਨ ਤੋਂ ਆ ਰਹੀ ਹੈ ਤੇ ਸਾਡੇ ਗ੍ਰਿਡ ਸਬ ਸਟੇਸ਼ਨ ਦੇ ਨਾਲ ਕਨੈਕਟ ਹੋ ਰਹੀ ਹੈ, ਉਸ ਨੂੰ ਅਸੀਂ ਆਪਣੇ ਗ੍ਰਿਡ ਤੋਂ ਆਈਸੋਲੇਟ ਕਰ ਸਕਦੇ ਹਾਂ ਆਈਸੋਲੇਟਰ ਦੀ ਸਹਾਇਤਾ ਦੇ ਨਾਲ। ਜਾਂ ਇੱਕ ਗ੍ਰਿਡ ਤੋਂ ਦੂਜੇ ਗ੍ਰਿਡ ਦੇ ਨਾਲ ਕਨੈਕਸ਼ਨ ਦੇ ਆਪਸ ਦੇ ਵਿੱਚ ਜਦੋਂ ਇੰਟਰਕਨੈਕਟ ਹੁੰਦੇ ਨੇ ਤਾਂ ਦੋਨਾਂ ਸਾਈਡਾਂ ਤੇ ਆਈਸੋਲੇਟਰ ਕਮ ਅਰਥ ਸਵਿਚ ਲਗਾਏ ਜਾਂਦੇ ਨੇ, ਇੱਕ ਐਂਡ ਪੁਆਇੰਟ ਤੇ, ਬਿਲਕੁਲ ਸਟਾਰਟਿੰਗ ਪੁਆਇੰਟ ਤੇ, ਇੱਕ ਐਂਡ ਪੁਆਇੰਟ ਤੇ। ਜਿਹੜਾ ਮੇਨ ਕੰਮ ਹੈ ਆਈਸੋਲੇਟਰ ਕਮ ਅਰਥ ਸਵਿਚ ਦਾ ਉਹ ਹੈ ਜਦੋਂ ਵੀ ਅਸੀਂ ਕਿਤੇ ਸ਼ਟ ਡਾਊਨ ਹੁੰਦੀ ਹੈ, ਕਿਸੇ ਗ੍ਰਿਡ ਤੇ ਸ਼ਟ ਡਾਊਨ ਲਈ ਜਾਂਦੀ ਹੈ, ਕਿਸੇ ਵੀ ਗ੍ਰਿਡ ਸਬ ਸਟੇਸ਼ਨ ਤੇ ਸ਼ਟ ਡਾਊਨ ਲਗਾਈ ਜਾਂਦੀ ਹੈ, ਕਿਸੇ ਵੀ ਤਰ੍ਹਾਂ ਦੀ ਮੇਨਟੇਨੈਂਸ ਹੁੰਦਾ ਹੈ, ਸ਼ਡਿਊਲਡ ਮੇਨਟੇਨੈਂਸ ਹੁੰਦੀ ਹੈ, ਜਾਂ ਕਿਸੇ ਤਰ੍ਹਾਂ ਦਾ ਫਾਲਟ ਪੈਂਦਾ ਲਾਈਨ ਦੇ ਵਿੱਚ, ਤਾਂ ਇਹ ਆਈਸੋਲੇਟਰ ਨੂੰ ਕੱਟਿਆ ਜਾਂਦਾ ਹੈ ਤੇ ਇਹਦੇ ਨਾਲ ਅਰਥ ਸਵਿਚ ਲੱਗੀ ਹੁੰਦੀ ਹੈ ਜਿਹੜੀ ਕਿ ਇੰਟਰਲਿੰਕਡ ਹੁੰਦੀ ਹੈ। ਜਦੋਂ ਤੱਕ ਆਈਸੋਲੇਟਰ ਲੱਗਿਆ ਹੋਇਆ ਲਾਈਨ ਦੇ ਵਿੱਚ ਔਨ ਪੋਜੀਸ਼ਨ ਦੇ ਵਿੱਚ ਹੈ, ਤੁਸੀਂ ਇਮੇਜ ਦੇ ਵਿੱਚ ਦੇਖ ਰਹੇ ਹੋ ਆਈਸੋਲੇਟਰ, ਜਦੋਂ ਤੱਕ ਆਈਸੋਲੇਟਰ ਲੱਗਿਆ ਹੋਇਆ ਬਕਾਇਦਾ ਲਿੰਬ ਦੇ ਵਿੱਚ ਰੋਡ ਐਂਟਰ ਕਰਿਆ ਹੋਇਆ, ਉਦੋਂ ਤੱਕ ਤੁਸੀਂ ਅਰਥ ਸਵਿਚ ਨੂੰ ਨਹੀਂ ਲਗਾ ਸਕਦੇ। ਤੁਸੀਂ ਸਭ ਤੋਂ ਪਹਿਲਾਂ ਸਪਲਾਈ ਨੂੰ ਪਰਮਿਟ ਲੈ ਕੇ ਬੰਦ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਨੋ ਲੋਡ ਤੇ ਆਈਸੋਲੇਟਰ ਨੂੰ ਹਮੇਸ਼ਾ ਨੋ ਲੋਡ ਤੇ ਕੱਟਣਾ ਹੈ, ਔਨ ਲੋਡ ਦੇ ਉੱਤੇ ਕਦੇ ਵੀ ਨਹੀਂ ਕੱਟਿਆ ਜਾਂਦਾ, ਕਿਉਂਕਿ ਇਹਦੇ ਵਿੱਚ ਹਾਈ ਵੋਲਟੇਜ ਹੋਣ ਕਾਰਨ ਸਪਾਰਕਿੰਗ ਬਹੁਤ ਜ਼ਿਆਦਾ ਹਾਈ ਮਾਤਰਾ, ਬਹੁਤ ਜ਼ਿਆਦਾ ਹੈਵੀ ਸਪਾਰਕਿੰਗ ਹੁੰਦੀ ਹੈ। ਨੋ ਲੋਡ ਤੇ ਵੀ ਤੁਸੀਂ ਦੇਖੋਗੇ ਜੇ ਆਈਸੋਲੇਟਰ ਨੂੰ ਅਸੀਂ ਕੱਟਣਾ ਨੋ ਲੋਡ ਦੇ ਉੱਤੇ ਵੀ ਇਹ ਕਾਫੀ ਲੰਬੀ ਸਪਾਰਕ ਪੈਦਾ ਕਰਦਾ ਹੈ, ਆਰਕ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ ਇਹਦੇ ਵਿੱਚ, ਕਿਉਂਕਿ ਹਵਾ ਦੇ ਕਾਰਨ ਆਰਕ ਜ਼ਿਆਦਾ ਵੱਧ ਜਾਂਦੀ ਹੈ। ਇਸ ਕਰਕੇ ਆਈਸੋਲੇਟਰ ਨੂੰ ਹਮੇਸ਼ਾ ਨੋ ਲੋਡ ਦੀ ਪੋਜੀਸ਼ਨ ਦੇ ਵਿੱਚ, ਨੋ ਲੋਡ ਕਰਨ ਤੋਂ ਬਾਅਦ, ਬਿਲਕੁਲ ਲੋਡ ਖਤਮ ਕਰਨ ਤੋਂ ਬਾਅਦ ਗ੍ਰਿਡ ਦਾ ਆਊਟਗੋਇੰਗ ਫੀਡਰ ਬੰਦ ਕਰਨ ਤੋਂ ਬਾਅਦ, ਉਸ ਤੋਂ ਬਾਅਦ ਇਨਕਮਰ ਟਰਾਂਸਫਾਰਮਰ ਸਾਰਾ ਕੁਝ ਬੰਦ ਕਰਨ ਤੋਂ ਬਾਅਦ ਇਹ ਆਈਸੋਲੇਟਰ ਨੂੰ ਆਪਰੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਜਦੋਂ ਦੋਨਾਂ ਸਾਈਡਾਂ ਤੋਂ ਸਪਲਾਈ ਕਨਫਰਮ ਹੋ ਗਈ ਕਿ ਸਪਲਾਈ 66 kV ਬੰਦ ਹੋ ਗਈ, ਉਸ ਤੋਂ ਬਾਅਦ ਇਸ ਨੂੰ ਇਹਦੇ ਨਾਲ ਅਰਥ ਸਵਿਚ ਨੂੰ ਕਨੈਕਟ ਕੀਤਾ ਜਾਂਦਾ ਹੈ ਤਾਂ ਕਿ ਸਾਡੀ ਅਰਥਿੰਗ ਪ੍ਰੋਪਰ ਹੋ ਸਕੇ, ਕਿਸੇ ਤਰ੍ਹਾਂ ਦੀ ਲੀਕੇਜ ਸਪਲਾਈ ਨਾ ਦੂਜੇ ਮਦਰ ਸਟੇਸ਼ਨ ਤੋਂ ਆ ਸਕੇ। ਸੈਕੰਡ ਦੂਜੇ ਉਸ ਤੋਂ ਬਾਅਦ ਸਪਲਾਈ, ਇਸ ਤੋਂ ਬਾਅਦ ਸਪਲਾਈ ਆ ਜਾਂਦੀ ਹੈ ਜੀ 66 kV ਬੱਸ ਬਾਰ।
66 kV ਬੱਸ ਬਾਰ ਹੋਗੀ ਜਾਂ 220 kV ਬੱਸ ਬਾਰ ਹੋਗੀ। ਇਹ ਇੱਕ ਕਾਮਨ ਬੱਸ ਬਾਰ ਬਣੀ ਹੁੰਦੀ ਹੈ ਜੀ ਜਦੋਂ ਵੀ ਕੋਈ ਸਪਲਾਈ ਜਨਰੇਟਿੰਗ ਸਟੇਸ਼ਨ ਤੋਂ ਇੱਕ ਮੇਨ ਗ੍ਰਿਡ ਸਬ ਸਟੇਸ਼ਨ ਦੇ ਵਿੱਚ ਐਂਟਰ ਕਰਦੀ ਹੈ ਤਾਂ ਆਈਸੋਲੇਟਰ ਕਮ ਅਰਥ ਤੋਂ ਬਾਅਦ ਸਪਲਾਈ ਮੇਨ 66 kV ਜਾਂ 220 kV ਮੇਨ ਬੱਸ ਬਾਰ ਦੇ ਨਾਲ ਕਨੈਕਟ ਕੀਤੀ ਜਾਂਦੀ ਹੈ। ਇਹ ਮੇਨ ਬੱਸ ਬਾਰ ਹੈ ਜਿਹੜੀ ਐਲੂਮੀਨੀਅਮ ਦਾ ਕੰਡਕਟਰ ਬਣਿਆ ਹੁੰਦਾ ਹੈ। ਜੈਬਰਾ ਇਹਦੀ ਫਾਰਮ ਹੁੰਦੀ ਹੈ ਜੀ, ਜੇਬਰਾ ਟਾਈਪ ਬੋਲਿਆ ਜਾਂਦਾ ਹੈ। ਸਾਈਜ਼ 2 ਤੋਂ 3 0.2 ਤੋਂ 3 ਇੰਚ ਦੇ ਵਿੱਚ ਇਹਦਾ ਸਾਈਜ਼ ਲਿਖਿਆ ਜਾਂਦਾ, ਮੋਟਾ ਹੁੰਦਾ ਕਾਫੀ ਕੰਡਕਟਰ। ਜੈਬਰਾ ਸ਼ੇਪ ਹੁੰਦੀ ਹੈ ਜੀ। ਸਟੈਂਡਰਡ ਕੰਡਕਟਰ ਹੁੰਦਾ ਹੈ ਐਲੂਮੀਨੀਅਮ ਦਾ, ਜਿਸ ਨੂੰ ਅਸੀਂ 66 kV ਬੱਸ ਬਾਰ ਬੋਲਿਆ ਜਾਂਦਾ। ਇਸ ਦੇ ਵਿੱਚ ਮੇਨ ਸਪਲਾਈ ਕਈ ਥਾਂ ਤੋਂ ਆ ਕੇ ਕਨੈਕਟ ਹੁੰਦੀ ਹੈ ਜੀ। ਜਦੋਂ ਕਿਸੇ ਗ੍ਰਿਡ ਸਬ ਸਟੇਸ਼ਨ ਦੇ ਉੱਤੇ ਮੰਨ ਲਓ ਕਿਸੇ ਥਰਮਲ ਪਲਾਂਟ ਤੋਂ ਸਪਲਾਈ ਆ ਗਈ, ਕਿਸੇ ਹਾਈਡਰੋ ਪਲਾਂਟ ਤੋਂ ਸਪਲਾਈ ਆ ਗਈ, ਕਿਸੇ ਹੋਰ ਜਨਰੇਟਿੰਗ ਸਟੇਸ਼ਨ ਤੋਂ ਸਪਲਾਈ ਆ ਕੇ ਮੇਨ ਸਭ ਤੋਂ ਪਹਿਲਾਂ ਜਿਹੜੀ ਹੈ 66 kV ਜਾਂ 220 kV ਦੀ ਬੱਸ ਬਾਰ ਹੈ ਉਸ ਦੇ ਉੱਤੇ ਕਨੈਕਟ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਫਰਦਰ ਜੇਕਰ ਤਾਂ ਸਪਲਾਈ ਨੂੰ ਸੇਮ ਵੋਲਟੇਜ ਤੇ ਟ੍ਰਾਂਸਫਰ ਹੈ ਤਾਂ ਇੱਥੇ SF6 ਸਰਕਟ ਬ੍ਰੇਕਰ ਲਾਉਣ ਤੋਂ ਬਾਅਦ ਤੁਸੀਂ ਸਤਨਾਮ ਸਰ ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਹਾਂਜੀ ਸਤਨਾਮ ਸਰ ਹਾਂ ਕੱਟ ਗਿਆ ਸੀ ਕਨੈਕਸ਼ਨ। ਹਾਂਜੀ ਹੋ ਗਿਆ ਜੀ। ਹਾਂਜੀ ਸਰ, ਸਭ ਤੋਂ ਪਹਿਲਾਂ ਸਪਲਾਈ ਆਈਸੋਲੇਟਰ ਕਮ ਅਰਥ ਤੋਂ ਬਾਅਦ ਮੇਨ 66 kV ਜਾਂ 220 kV ਬੱਸ ਬਾਰ ਦੇ ਨਾਲ ਕਨੈਕਟ ਹੋ ਜਾਂਦੀ ਹੈ। ਇਸ ਤੋਂ ਅਗਰ ਜੇਕਰ ਸੇਮ ਵੋਲਟੇਜ ਮੰਨ ਲਓ ਕਿ 220 kV ਸਪਲਾਈ ਸਾਡੇ ਲਵੇ ਜਨਰੇਟਿੰਗ ਸਟੇਸ਼ਨ ਤੋਂ ਆਈ ਤੇ ਬੱਸ ਬਾਰ ਤੇ ਕਨੈਕਟ ਹੋਈ, ਜੇਕਰ 220 kV ਹੀ ਅੱਗੇ ਫਰਦਰ ਕਿਸੇ ਗ੍ਰਿਡ ਸਬ ਸਟੇਸ਼ਨ ਤੇ ਭੇਜਣੀ ਹੈ ਤਾਂ ਇੱਥੇ ਉਹਦਾ ਕੰਟਰੋਲ SF6 ਸਰਕਟ ਬ੍ਰੇਕਰ ਲਾ ਕੇ ਭੇਜੀ ਜਾ ਸਕਦੀ ਹੈ। ਅਗਰ ਕਿਸੇ 66 kV ਹੁਣ 220 ਤੋਂ ਅੱਗੇ ਫਰਦਰ ਕਈ 66 kV ਗ੍ਰਿਡ ਸਬ ਸਟੇਸ਼ਨ ਕਨੈਕਟ ਹੁੰਦੇ ਨੇ ਤਾਂ ਇੱਥੋਂ 220 kV ਤੋਂ ਸਪਲਾਈ ਜੈਂਪਰਾਂ ਦੇ ਥਰੂ ਆਈਸੋਲੇਟਰ ਕੱਲੇ ਆਈਸੋਲੇਟਰ ਲਗਾ ਕੇ ਪਹਿਲਾਂ ਤਾਂ ਲਗਭਗ 100 MVA ਦੀ ਕਪੈਸਿਟੀ ਦੇ ਟਰਾਂਸਫਾਰਮਰ ਲੱਗੇ ਹੁੰਦੇ ਨੇ, ਉਹਨਾਂ ਦੇ ਨਾਲ ਸਟੈਪ ਡਾਊਨ ਕੀਤੀ ਜਾਂਦੀ ਹੈ। ਸਟੈਪ ਡਾਊਨ ਕਰਨ ਤੋਂ ਬਾਅਦ ਇਹਨੂੰ 66 kV ਦੇ ਵਿੱਚ ਸਟੈਪ ਡਾਊਨ ਕਰ ਲਿਆ ਜਾਂਦਾ ਤੇ ਅੱਗੇ ਫਰਦਰ ਇਹਨੂੰ ਸੈਕੰਡਰੀ ਟਰਾਂਸਮਿਟ ਕਰ ਦਿੱਤਾ ਜਾਂਦਾ। ਹਾਂਜੀ ਸਰ ਕਰ ਦਿਓ ਜੀ ਸਲਾਈਡ ਅੱਗੇ, ਨੈਕਸਟ ਕਰ ਦਿਓ। ਹਾਂਜੀ 66 kV ਬੱਸ ਬਾਰ ਦੇ ਨਾਲ ਜਾਂ 220 kV ਬੱਸ ਬਾਰ ਦੇ ਨਾਲ ਇੱਕ ਟਰਾਂਸਫਾਰਮਰ ਲਗਾਇਆ ਜਾਂਦਾ ਹੈ ਬਿਲਕੁਲ ਐਂਡ ਤਿੰਨ ਸਾਡੇ ਲਵੇ ਕੰਡਕਟਰ ਨੇ ਰੈਡ ਯੈਲੋ ਬਲੂ, ਤਿੰਨ ਫੇਸ ਨੇ, ਤਿੰਨਾਂ ਫੇਸਾਂ ਤੇ 3 PT ਪੋਟੈਂਸ਼ੀਅਲ ਟਰਾਂਸਫਾਰਮਰ ਕਨੈਕਟ ਕੀਤੇ ਜਾਂਦੇ ਨੇ। ਪੋਟੈਂਸ਼ੀਅਲ ਟਰਾਂਸਫਾਰਮਰ ਇੱਕ ਸਟੈਪ ਡਾਊਨ ਟਰਾਂਸਫਾਰਮਰ ਹੈ ਜਿਹਦਾ ਮੇਨ ਕੰਮ ਹੈ ਸਪਲਾਈ ਵੋਲਟੇਜ ਨੂੰ ਮੇਜਰ ਕਰਨਾ, ਕਿਉਂਕਿ ਇੰਨੀ ਹਾਈ ਵੋਲਟੇਜ ਹੈ, ਚਾਹੇ ਉਹ 400 kV ਹੈ, ਚਾਹੇ 220 kV ਹੈ, ਚਾਹੇ 66 kV ਹੈ, ਚਾਹੇ 11 kV ਹੈ। ਐਡਾ ਕੋਈ ਵੋਲਟ ਮੀਟਰ ਨਹੀਂ ਅਸੀਂ ਬਣਾ ਸਕੇ ਕਿ ਉਸ ਨੂੰ ਸਿੱਧੇ ਤੌਰ ਤੇ ਚੈੱਕ ਕਰ ਸਕੀਏ ਕਿ ਕਿੰਨੀ ਵੋਲਟੇਜ ਸਾਡੇ ਕੋਲੇ ਪਹੁੰਚ ਰਹੀ ਹੈ ਜਾਂ ਕਿੰਨੀ ਅਸੀਂ ਵੋਲਟੇਜ ਸੈਂਡ ਕਰ ਰਹੇ ਹਾਂ। ਤਾਂ ਇਸ ਚੀਜ਼ ਨੂੰ ਮੇਜਰ ਕਰਨ ਵਾਸਤੇ, ਇਸ ਵੋਲਟੇਜ ਦੀ ਮੇਜਰਮੈਂਟ ਵਾਸਤੇ ਪੋਟੈਂਸ਼ੀਅਲ ਟਰਾਂਸਫਾਰਮਰ 66 kV 220 kV 400 kV ਲਾਈਨ ਦੇ ਵਿੱਚ ਕਨੈਕਟ ਕੀਤੇ ਜਾਂਦੇ ਨੇ। ਪੋਟੈਂਸ਼ੀਅਲ ਟਰਾਂਸਫਾਰਮਰ ਪੈਰਲਲ ਦੇ ਵਿੱਚ ਲਗਾਇਆ ਜਾਂਦਾ ਹੈ ਜੀ। ਲਾਈਨ ਦੇ ਨਾਲ ਇੱਕ ਸਿਰਾ ਕਨੈਕਟ ਹੁੰਦਾ ਹੈ, ਦੂਜਾ ਸਿਰਾ ਨੀਚੇ ਗਰਾਊਂਡ ਕੀਤਾ ਜਾਂਦਾ ਹੈ। ਪੋਟੈਂਸ਼ੀਅਲ ਟਰਾਂਸਫਾਰਮਰ ਇੱਕ ਸਟੈਪ ਡਾਊਨ ਟਰਾਂਸਫਾਰਮਰ ਹੈ ਤੇ ਇਹਦੀ ਇਨਪੁਟ ਜਿੰਨੀ ਮਰਜ਼ੀ ਹੋਵੇ, ਜਿੰਨੀ ਮਰਜ਼ੀ kV ਹੋਵੇ, ਆਊਟਪੁੱਟ ਹੈ ਜਿਹੜੀ ਉਹਦੀ 110 ਵੋਲਟ ਹੀ ਹੋਵੇਗੀ। ਇਮੇਜ ਦੇ ਵਿੱਚ ਦੇਖ ਰਹੇ ਹੋ ਜੀ ਤੁਸੀਂ, ਇਹਨੂੰ ਪੋਟੈਂਸ਼ੀਅਲ ਟਰਾਂਸਫਾਰਮਰ PT ਕਿਹਾ ਜਾਂਦਾ ਹੈ। ਇਹਦਾ ਮੇਨ ਕੰਮ ਹੈ ਮੇਜਰਮੈਂਟ, ਸਪਲਾਈ ਵੋਲਟੇਜ ਮੇਜਰ ਕਰਨਾ। ਹਾਂਜੀ ਨੈਕਸਟ ਕਰ ਦਿਓ ਸਰ। ਕਿ ਇਸ ਤੋਂ ਅਗਲਾ ਜਿਹੜਾ ਇੰਸਟਰੂਮੈਂਟ ਆ ਜਾਂਦਾ ਜੀ SF6 ਸਰਕਟ ਬ੍ਰੇਕਰ। ਪੋਟੈਂਸ਼ੀਅਲ ਟਰਾਂਸਫਾਰਮਰ ਤੋਂ ਬਾਅਦ ਜੈਂਪਰ ਪਾਉਣ ਤੋਂ ਬਾਅਦ ਬੱਸ ਬਾਰ ਦੇ ਬਾਅਦ SF66 kV ਦਾ SF6 ਸਰਕਟ ਬ੍ਰੇਕਰ ਕਨੈਕਟ ਕੀਤਾ ਜਾਂਦਾ ਹੈ। SF6 ਸਰਕਟ ਬ੍ਰੇਕਰ ਦਾ ਮੇਨ ਕੰਮ ਕੀ ਹੈ ਜੀ? 66 kV ਲਾਈਨ ਨੂੰ ਕੱਟ ਕਰਨਾ, ਔਨ ਆਫ ਕਰਨਾ ਵਿਦਾਊਟ ਪ੍ਰੋਡਿਊਸਿੰਗ ਐਨੀ ਆਰਕ। ਕਿਸੇ ਵੀ ਤਰ੍ਹਾਂ ਦੀ ਆਰਕ ਨੂੰ ਪ੍ਰੋਡਿਊਸ ਨਹੀਂ ਹੋਣ ਦਿੰਦਾ। ਆਰਕ ਨੂੰ ਕੁਇੰਚ ਕਰਨ ਦਾ ਕੰਮ ਜੋ ਕੀਤਾ ਜਾਂਦਾ ਹੈ ਉਹ ਕੀਤਾ ਜਾਂਦਾ ਹੈ ਸਲਫਰ ਹੈਕਸਾ ਫਲੋਰਾਈਡ ਗੈਸ, ਜੋ ਕਿ ਇਸ ਬ੍ਰੇਕਰ ਦੇ ਵਿੱਚ
ਪਾਈ ਜਾਂਦੀ ਹੈ। ਜਦੋਂ ਵੀ ਮੇਕ ਤੇ ਬ੍ਰੇਕ ਕੰਟੈਕਟ ਬਣਦੇ ਨੇ, ਜਦੋਂ ਵੀ ਕੰਟੈਕਟ ਦੇਖੋ ਅਸੀਂ ਘਰਾਂ ਦੇ ਵਿੱਚ ਆਮ ਦੇਖਦੇ ਹਾਂ, ਜਦੋਂ ਅਸੀਂ ਮੇਨ ਛੋਟੀ ਸਵਿੱਚ ਵੀ ਘਰਾਂ ਦੇ ਵਿੱਚ ਜਿਹੜੀ ਸਿੰਗਲ ਫੇਸ ਨਿਊਟਰਲ ਫੇਸ ਸਿੰਗਲ ਫੇਸ ਸਪਲਾਈ ਘਰਾਂ ਦੇ ਵਿੱਚ ਜਦੋਂ ਅਸੀਂ ਸਵਿੱਚ ਨੂੰ ਔਨ ਕਰਦੇ ਹਾਂ ਤਾਂ ਅਸੀਂ ਦੇਖਦੇ ਹੁੰਦੇ ਹਾਂ, ਤਾਂ ਜਦੋਂ ਲੋਡ ਕਨੈਕਟ ਹੁੰਦਾ ਹੈ ਉਸ ਸਵਿੱਚ ਨਾਲ ਤਾਂ ਉਹ ਪਿੱਛੇ ਸਪਾਰਕ ਜ਼ਰੂਰ ਕਰਦੀ ਹੈ ਥੋੜਾ ਜਿਹਾ, ਤਾਂ ਉਹ ਸਪਾਰਕ ਘੱਟ ਵੋਲਟੇਜ ਹੋਣ ਕਾਰਨ ਘੱਟ ਹੁੰਦਾ, ਪਰ ਜਦੋਂ 66 kV ਲਾਈਨ ਆ ਤਾਂ ਉੱਥੇ ਸਪਾਰਕਿੰਗ ਬਹੁਤ ਜ਼ਿਆਦਾ ਹੋਏਗੀ। ਇਸ ਕਰਕੇ ਸਪਾਰਕਿੰਗ ਨੂੰ ਮਿਨੀਮਾਈਜ਼ ਕਰਨ ਲਈ, ਸਪਾਰਕਿੰਗ ਨੂੰ ਖਤਮ ਕਰਨ ਲਈ ਅਸੀਂ ਸਲਫਰ ਹੈਕਸਾਫਲੋਰਾਈਡ ਗੈਸ ਯੂਜ਼ ਕਰਦੇ ਹਾਂ, ਜਿਹੜੀ ਕਿ ਇਸ ਬ੍ਰੇਕਰ ਦੇ ਵਿੱਚ ਫਿਲ ਕੀਤੀ ਜਾਂਦੀ ਹੈ। ਤੁਸੀਂ ਇਮੇਜ ਦੇ ਵਿੱਚ ਦੇਖ ਰਹੇ ਹੋ ਜੀ, 3 ਲਿੰਬ ਬਣੇ ਹੋਏ ਨੇ ਉੱਪਰ, 3 ਇਨਸੂਲੇਟਰ ਦੇ ਲਿੰਬ ਬਣੇ ਨੇ ਜਿੱਥੋਂ ਸਪਲਾਈ ਉੱਪਰੋਂ ਐਂਟਰ ਕਰਦੀ ਹੈ ਜੀ 66 kV ਦੀ, ਤੇ ਸੈਂਟਰ ਵਾਲੇ ਪੁਆਇੰਟ ਤੋਂ ਇਹ ਐਗਜ਼ਿਟ ਕਰਕੇ ਅੱਗੇ ਫਰਦਰ ਕਨੈਕਟ ਹੋ ਜਾਂਦੀ ਹੈ ਜਾ ਕੇ। ਤੇ ਹੇਠਾਂ ਇਹਦਾ ਕੰਟਰੋਲ ਰੂਮ ਹੈ, ਬਕਾਇਦਾ ਇੱਥੇ ਇੱਕ ਟੈਂਪਰੇਚਰ ਗੇਜ ਲੱਗੀ ਹੁੰਦੀ ਹੈ, ਇੱਥੇ ਬਕਾਇਦਾ ਇੱਕ ਟੈਂਪਰੇਚਰ ਗੇਜ ਲੱਗੀ ਹੁੰਦੀ ਹੈ ਜਿਹੜੀ ਦੱਸਦੀ ਹੈ ਪ੍ਰੈਸ਼ਰ ਕਿੰਨੇ ਬਾਰ ਚੱਲ ਰਿਹਾ ਹੈ। ਲਗਭਗ ਗਰਮੀ ਦੇ ਮੌਸਮ ਦੇ ਵਿੱਚ ਇਹ 6 6.5 ਬਾਰ ਦੇ ਕਰੀਬ ਚੱਲ ਰਿਹਾ ਹੁੰਦਾ ਹੈ। ਠੰਡ ਦੇ ਮੌਸਮ ਦੇ ਵਿੱਚ ਇਹ ਪ੍ਰੈਸ਼ਰ ਥੋੜਾ ਜਿਹਾ ਘਟ ਜਾਂਦਾ ਹੈ ਕਿਉਂਕਿ ਇਹ ਥੋੜੀ ਸੁੰਗੜ ਜਾਂਦੀ ਹੈ ਗੈਸ। ਹਾਂਜੀ ਸਰ, ਇਸ ਤੋਂ ਅੱਗੇ ਆ ਜਾਂਦਾ ਜੀ ਕਰੰਟ ਟਰਾਂਸਫਾਰਮਰ, ਜਿਹਨੂੰ ਅਸੀਂ ਆਮ ਮੋਸਟਲੀ ਸੀਟੀ ਵੀ ਕਹਿੰਦੇ ਨੇ, ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਕਰੰਟ ਟਰਾਂਸਫਾਰਮਰ ਇੱਕ ਸਟੈਪ ਅਪ ਟਰਾਂਸਫਾਰਮਰ ਹੈ ਜਿਹੜਾ ਕਿ ਸਪਲਾਈ ਵੋਲਟੇਜ ਨੂੰ ਸਟੈਪ ਅਪ ਕਰਦਾ ਹੈ ਪਰ ਕਰੰਟ ਨੂੰ ਸਟੈਪ ਡਾਊਨ ਕਰਦਾ ਹੈ। ਇਸ ਕੇਸ ਦੇ ਵਿੱਚ 66 kV ਦਾ ਹੋਇਆ, 220 ਦਾ ਹੋਇਆ ਜਾਂ 400 kV ਦਾ ਹੋਇਆ, ਇਸ ਤਰ੍ਹਾਂ ਦਾ ਕੋਈ ਅੰਪੇਅਰ ਮੀਟਰ ਨਹੀਂ ਹੈਗਾ ਜਿਹਦੇ ਨਾਲ ਅਸੀਂ ਸਿੱਧਾ ਕਰੰਟ ਨੂੰ ਮੇਜਰ ਕਰ ਸਕੀਏ। ਇਸ ਕਰਕੇ ਅਸੀਂ ਕਰੰਟ ਦੀ ਮੇਜਰਮੈਂਟ, ਕਿਉਂਕਿ ਕਰੰਟ ਦੀ ਮੇਜਰਮੈਂਟ ਬਹੁਤ ਜ਼ਿਆਦਾ ਹੁੰਦੀ ਹੈ, ਉਹਦੇ ਵਿੱਚ 1100 2000 ਕਈ ਹਾਈ ਕਪੈਸਿਟੀ ਦੇ ਵਿੱਚ ਕਰੰਟ ਵਹਿ ਰਿਹਾ ਹੁੰਦਾ ਲਾਈਨਾਂ ਦੇ ਵਿੱਚ। ਇਸ ਕਰਕੇ ਇਸ ਕਰੰਟ ਨੂੰ ਮੇਜਰ ਕਰਨ ਵਾਸਤੇ ਅਸੀਂ ਕਰੰਟ ਟਰਾਂਸਫਾਰਮਰ ਸੀਟੀ ਲਗਾਉਂਦੇ ਹਾਂ, ਜਿਹਦਾ ਮੇਨ ਕੰਮ ਮੀਟਰਿੰਗ ਕਰਨਾ, ਪ੍ਰੋਟੈਕਸ਼ਨ ਕਰਨਾ। ਇਹਦੇ ਵਿੱਚ ਕੋਰ ਸਿਸਟਮ ਹੁੰਦਾ ਹੈ, ਤੁਸੀਂ ਦੇਖਦੇ ਹੋ ਇਹਨੂੰ ਲਾਈਨ ਦੇ ਵਿੱਚ, ਬਿਲਕੁਲ ਇਮੇਜ ਦੇ ਵਿੱਚ ਦੇਖ ਰਹੇ ਹੋ, ਇਹਨੂੰ ਲਾਈਨ ਦੇ ਸੀਰੀਜ਼ ਦੇ ਵਿੱਚ ਲਗਾਇਆ ਜਾਂਦਾ। ਇੱਕ ਸਾਈਡ ਤੋਂ ਲਾਈਨ ਇਹਦੇ ਵਿੱਚ 66 kV ਜਾਂ 2 ਐਂਟਰ ਕਰਦੀ ਹੈ, ਦੂਜੀ ਸਾਈਡ ਤੋਂ ਐਗਜ਼ਿਟ ਕੀਤੀ ਜਾਂਦੀ ਹੈ। P1 ਤੋਂ ਐਂਟਰ ਕਰੀ, P2 ਦੇ ਵਿੱਚੋਂ ਇਹ ਵਾਪਸ ਨਿਕਲ ਜਾਂਦੀ ਹੈ। ਇੱਥੋਂ ਇਹਦੀ ਪ੍ਰਾਇਮਰੀ ਹੁੰਦੀ ਹੈ ਜੀ, ਇਹਦੇ ਨੀਚੇ ਬਿਲਕੁਲ ਲਾਸਟ ਹੇਠਲੇ ਪਾਸੇ ਟਰਮੀਨਲ, ਹਾਂ ਸਾਹਮਣੇ ਦੇਖ ਰਹੇ ਹੋ ਤੁਸੀਂ, ਇਹਦੇ ਹੇਠਲੇ ਪਾਸੇ ਟਰਮੀਨਲ ਹੁੰਦੇ ਨੇ ਜਿਹੜੇ ਉਹ ਸੈਕੰਡਰੀ ਦੇ ਟਰਮੀਨਲ ਨੇ। ਨੀਚੋਂ ਜਿਹੜੇ ਇਹਦੇ ਟਰਮੀਨਲ ਲੈ ਜਾਂਦੇ ਨੇ, ਇਹਨਾਂ ਦੀ ਕੋਰ ਕੱਢੀ ਜਾਂਦੀ ਹੈ ਅੱਗੇ ਪ੍ਰੋਟੈਕਸ਼ਨ ਲਈ ਤੇ ਮੀਟਰਿੰਗ ਲਈ, ਜਿਹਦੇ ਨਾਲ ਅਸੀਂ ਜਿੰਨੇ ਵੀ ਰੇਸ਼ੋ ਦਾ ਸੀਟੀ ਲਗਾਉਂਦੇ ਹਾਂ, ਮੰਨ ਲਓ ਕਿ 1200/600/5 ਐਂਪੀਅਰ, ਜੇਕਰ ਕਰੰਟ 1200 ਹੈ ਤਾਂ ਇਹਦੀ ਸੈਟਿੰਗ 1200 ਤੇ ਕੀਤੀ ਜਾਂਦੀ ਹੈ। ਜੇਕਰ ਸਾਨੂੰ ਲੱਗਦਾ ਵੀ ਸਾਡਾ ਕਰੰਟ 600 ਜਾਂ 500 ਐਂਪੀਅਰ ਹੈ ਤਾਂ ਉਹਦੀ ਸੈਟਿੰਗ 500 ਜਾਂ 600 ਤੇ ਕੀਤੀ ਜਾਂਦੀ ਹੈ, ਤੇ ਆਊਟਪੁੱਟ ਜਿਹੜੀ ਦੇਣੀ ਆ ਉਹਨੇ ਉਹ 5 ਐਂਪੀਅਰ ਹੀ ਦੇਣੀ ਹੈ। ਜੇ ਕਰੰਟ 600 ਐਂਪੀਅਰ ਹੈ ਤਾਂ ਆਊਟਪੁੱਟ ਦੇ ਵਿੱਚ 5 ਐਂਪੀਅਰ ਕਰੰਟ ਹੀ ਸ਼ੋ ਕਰੇਗਾ। ਹਾਂਜੀ ਸਰ, ਨੈਕਸਟ ਕਰ ਦਿਓ ਜੀ। ਉਸ ਤੋਂ ਅਗਲਾ ਇੰਸਟਰੂਮੈਂਟ ਆ ਜਾਂਦਾ ਜੀ ਲਾਈਟਨਿੰਗ ਅਰੈਸਟਰ, ਇਹਨੂੰ LA ਵੀ ਕਿਹਾ ਜਾਂਦਾ ਹੈ। LA ਲਾਈਟਨਿੰਗ ਅਰੈਸਟਰ ਇੱਕ ਇਸ ਤਰ੍ਹਾਂ ਦਾ ਇੰਸਟਰੂਮੈਂਟ ਹੈ ਜਿਹੜਾ ਕਿ ਅਸਮਾਨੀ ਬਿਜਲੀ ਤੋਂ ਬਚਾਉਂਦਾ ਹੈ ਸਾਡੇ ਕੀਮਤੀ ਯੰਤਰਾਂ ਨੂੰ, ਕਿਉਂਕਿ ਕਿਸੇ ਵੀ ਗ੍ਰਿਡ ਸਬਸਟੇਸ਼ਨ ਦੇ ਉੱਤੇ ਸਭ ਤੋਂ ਜਿਹੜਾ ਕੀਮਤੀ ਯੰਤਰ ਹੈ, ਸਭ ਤੋਂ ਕੀਮਤੀ ਕੰਪੋਨੈਂਟ ਹੈ, ਉਹ ਹੈਗਾ ਪਾਵਰ ਟਰਾਂਸਫਾਰਮਰ। ਪਾਵਰ ਟਰਾਂਸਫਾਰਮਰ ਦੇ ਲਈ ਬੜੀਆਂ ਪ੍ਰੋਟੈਕਸ਼ਨਸ ਲਗਾਈਆਂ ਜਾਂਦੀਆਂ ਨੇ, ਰਿਲੇਜ਼ ਲਗਾਈਆਂ ਜਾਂਦੀਆਂ, ਤੇ ਇਹ ਵੀ ਇੱਕ ਵਨ ਆਫ ਦੈਮ ਉਹਨਾਂ ਦੇ ਵਿੱਚੋਂ ਇੱਕ ਹੈ ਲਾਈਟਨਿੰਗ ਅਰੈਸਟਰ। ਲਾਈਟਨਿੰਗ ਅਰੈਸਟਰ ਟਾਈਪ ਦੇ ਨੇ, ਰੌਟ ਗੈਪ ਲਾਈਟਨਿੰਗ ਅਰੈਸਟਰ ਕਈ ਟਾਈਪ ਦੇ ਨੇ। ਮੈਂ ਥੋੜਾ ਜਿਹਾ ਇਹਦੇ ਨਾਲ ਬਰੀਫਲੀ ਥੋੜਾ ਜਿਹਾ ਦੱਸ ਦਿੰਦਾ ਇਹਦੇ ਬਾਰੇ। ਲਾਈਟਨਿੰਗ ਅਰੈਸਟਰ ਇੱਕ, ਇਹਨੂੰ ਸਰਜ ਡਾਈਵਰਟਰ ਵੀ ਕਿਹਾ ਜਾਂਦਾ ਹੈ। ਇਸ ਨੂੰ ਉੱਪਰਲੀ ਸਾਈਡ ਤੋਂ ਕਨੈਕਟ ਕੀਤਾ ਜਾਂਦਾ ਜੀ ਮੇਨ ਲਾਈਨ ਦੇ ਨਾਲ 66 kV ਨਾਲ ਜਾਂ 220 ਜੋ ਵੀ ਸਪਲਾਈ ਵੋਲਟੇਜ ਹੈ, ਤੇ ਨਿਚਲਾ ਜਿਹੜਾ ਇਹਦਾ ਟਰਮੀਨਲ ਹੈ ਉਸਨੂੰ ਗਰਾਊਂਡ ਕੀਤਾ ਜਾਂਦਾ ਹੈ, ਅਰਥ ਕੀਤਾ ਜਾਂਦਾ ਹੈ। ਤਾਂ ਜਦੋਂ ਵੀ ਕਿਸੇ ਤਰ੍ਹਾਂ ਦੀ ਅਸਮਾਨੀ ਬਿਜਲੀ ਕਿਸੇ ਕਾਰਨ ਕਰਕੇ ਡਿੱਗਦੀ ਹੈ ਤਾਂ ਉਹ LA ਤੇ ਡਿੱਗਦੀ ਹੈ, ਥੋੜਾ ਜਿਹਾ ਉਚਾਈ ਤੇ ਲਗਾਇਆ ਜਾਂਦਾ ਹੈ ਇਹ ਲਾਈਟਨਿੰਗ ਅਰੈਸਟਰ ਦੇ ਵਿੱਚ, ਤੇ ਇਹਨਾਂ ਦੇ ਵਿਚਕਾਰ ਸਪਲਾਈ ਦੇ ਤੇ ਗਰਾਊਂਡ ਦੇ ਵਿਚਕਾਰ ਇੱਕ ਸਰਜ ਕਾਊਂਟਰ ਲਗਾਇਆ ਜਾਂਦਾ ਹੈ, ਜਿਹਦੇ ਵਿੱਚ ਬਕਾਇਦਾ 2 ਜ਼ੋਨ ਸ਼ੋਅ ਕੀਤੇ ਜਾਂਦੇ ਨੇ। ਇੱਕ ਗ੍ਰੀਨ ਜ਼ੋਨ ਹੁੰਦਾ ਜੀ ਪਹਿਲਾਂ, ਫਿਰ ਇੱਕ ਰੈੱਡ ਜ਼ੋਨ ਸ਼ੋਅ ਕੀਤਾ ਜਾਂਦਾ ਹੈ। ਤਾਂ ਜਦੋਂ ਵੀ ਕਿਸੇ ਬਰਸਾਤ ਦੇ ਮੌਸਮ ਦੇ ਵਿੱਚ ਜਦੋਂ ਅਸਮਾਨੀ ਬਿਜਲੀ ਕਾਫੀ ਚਮਕ ਰਹੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹਨੂੰ ਉਸ ਮੌਸਮ ਤੋਂ ਬਾਅਦ ਇਹਨੂੰ ਚੈੱਕ ਜ਼ਰੂਰ ਕੀਤਾ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਇਹਦੇ ਵਿੱਚ ਸਰਜ ਤਾਂ ਨਹੀਂ ਡਿੱਗੀ, ਕਿਉਂਕਿ ਜੇਕਰ ਸਰਜ ਡਿੱਗੀ ਹੁੰਦੀ ਹੈ ਤਾਂ
ਜਿਹੜੀ ਉਹਦੀ ਸੂਈ ਹੈ ਸਰਜ ਕਾਊਂਟਰ ਦੀ, ਉਹ ਰੈੱਡ ਜ਼ੋਨ ਦੇ ਵਿੱਚ ਐਂਟਰ ਕਰ ਜਾਂਦੀ ਹੈ ਗ੍ਰੀਨ ਜ਼ੋਨ ਤੋਂ। ਨਾਰਮਲੀ ਉਹ ਗ੍ਰੀਨ ਜ਼ੋਨ ਦੇ ਵਿੱਚ ਰਹਿੰਦੀ ਹੈ, ਇੱਕ ਕਾਊਂਟਰ ਵੀ ਬਣਿਆ ਹੁੰਦਾ ਜਿਹੜਾ ਇਹਦੀ ਰੀਡਿੰਗ ਸ਼ੋ ਕਰਦਾ ਹੈ ਅੱਗੇ ਫਰਦਰ। ਤਾਂ ਇਹ ਜਿੰਨੀ ਵੀ ਤਰ੍ਹਾਂ ਦੀ ਹੈਵੀ ਅਸਮਾਨੀ ਬਿਜਲੀ ਹੋਈ ਉਹਨੂੰ ਇਹ ਅੱਗੇ ਫਰਦਰ ਧਰਤੀ ਦੇ ਵਿੱਚ ਗਰਾਊਂਡ ਕਰ ਦਿੰਦਾ ਹੈ। ਇਹਨੂੰ ਸਰਜ ਡਾਈਵਰਟਰ ਵੀ ਕਿਹਾ ਜਾਂਦਾ ਹੈ, ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਹੈ। ਨੈਕਸਟ ਕਰ ਦਿਓ ਸਰ। ਅੱਗੇ ਆ ਜਾਂਦਾ ਜੀ ਪਾਵਰ ਟਰਾਂਸਫਾਰਮਰ। ਕਿਸੇ ਵੀ ਗ੍ਰਿਡ ਸਬਸਟੇਸ਼ਨ ਦਾ ਸਭ ਤੋਂ ਕੀਮਤੀ ਜੰਤਰ, ਸਭ ਤੋਂ ਕੀਮਤੀ ਇੰਸਟਰੂਮੈਂਟ ਹੈਗਾ ਜੀ ਪਾਵਰ ਟਰਾਂਸਫਾਰਮਰ। ਅਸੀਂ ਕਈ ਤਰ੍ਹਾਂ ਦੇ ਟਰਾਂਸਫਾਰਮਰ ਬਾਰੇ ਪੜ੍ਹਦੇ ਹਾਂ। ਗ੍ਰਿਡਾਂ ਦੇ ਵਿੱਚ ਜਿਹੜੇ ਮੇਨ ਟਰਾਂਸਫਾਰਮਰ ਲਗਾਏ ਜਾਂਦੇ ਨੇ ਇਹਨਾਂ ਨੂੰ ਪਾਵਰ ਟਰਾਂਸਫਾਰਮਰ ਬੋਲਿਆ ਜਾਂਦਾ ਹੈ, ਤੇ ਜਿਹੜੇ ਆਮ ਅਸੀਂ ਆਪਦੇ ਨੇੜੇ ਤੇੜੇ ਘਰਾਂ ਦੇ ਵਿੱਚ ਲਾਗੇ ਦੇਖਦੇ ਹਾਂ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਦੇ ਕਿਹਾ ਜਾਂਦਾ ਹੈ। ਫੰਕਸ਼ਨ ਸੇਮ ਹੈ ਜੀ, ਮਿਊਚੁਅਲ ਇੰਡਕਸ਼ਨ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇੱਕ ਸਾਈਡ ਤੋਂ ਪ੍ਰਾਇਮਰੀ ਐਂਟਰ ਕਰਦੀ ਹੈ ਜੀ HT ਸਾਈਡ ਤੋਂ, ਬਿਨਾਂ ਕਿਸੇ ਇਲੈਕਟ੍ਰੀਕਲ ਕਨੈਕਟ ਦੇ ਸੈਕੰਡਰੀ ਸਾਈਡ ਤੋਂ ਸਪਲਾਈ ਅੱਗੇ ਫਰਦਰ ਨਿਕਲ ਜਾਂਦੀ ਹੈ ਬਿਨਾਂ ਕਿਸੇ ਫ੍ਰੀਕੁਐਂਸੀ ਚੇਂਜ ਦੇ। ਇਹ ਤੁਸੀਂ ਪਾਵਰ ਟਰਾਂਸਫਾਰਮਰ ਦੀ ਇਮੇਜ ਦੇਖ ਰਹੇ ਹੋ ਜੀ, ਫੋਟੋ ਦੇਖ ਸਕਦੇ ਹੋ। ਪਾਵਰ ਟਰਾਂਸਫਾਰਮਰ ਦੀ ਮੋਸਟਲੀ ਜਿਹੜੇ ਕਨੈਕਸ਼ਨ ਕੀਤੇ ਜਾਂਦੇ ਨੇ HT ਤੇ LT ਸਾਈਡ ਦੇ, ਉਹ ਦੋਨੋਂ ਸਾਈਡ ਤੇ ਸਟਾਰ ਦੇ ਵਿੱਚ ਕਨੈਕਸ਼ਨ ਕੀਤੇ ਜਾਂਦੇ ਨੇ। ਦੋਨਾਂ ਪਾਸਿਓਂ ਤੋਂ ਅਸੀਂ ਨਿਊਟਰਲ ਸਟਾਰ ਪੁਆਇੰਟ ਦੋਨਾਂ ਸਾਈਡਾਂ ਤੋਂ ਕੱਢਿਆ ਜਾਂਦਾ ਹੈ, HT ਸਾਈਡ ਤੋਂ ਵੀ LT ਸਾਈਡ ਤੋਂ ਵੀ। ਉਹਦਾ ਮੇਨ ਕਾਰਨ ਇਹ ਹੈ ਵੀ ਸਟਾਰ ਪੁਆਇੰਟ ਤੇ ਅਸੀਂ NCT ਲਗਾਉਂਦੇ ਆ ਜੀ, ਇੱਕ ਨਿਊਟਰਲ ਕਰੰਟ ਟਰਾਂਸਫਾਰਮਰ ਹੈ NCT। ਦੋਨਾਂ ਸਾਈਡਾਂ ਤੇ HT ਤੇ ਵੀ LT ਤੇ ਵੀ ਦੋਨਾਂ ਸਾਈਡਾਂ ਤੇ ਕਨੈਕਸ਼ਨ ਜਿਹੜੇ ਨੇ ਉਹ ਸਟਾਰ ਦੇ ਵਿੱਚ ਹੁੰਦੇ ਨੇ। ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਦੇ ਡੈਲਟਾ ਸਟਾਰ ਕਨੈਕਸ਼ਨ ਹੁੰਦੇ ਨੇ, ਪਰ ਪਾਵਰ ਟਰਾਂਸਫਾਰਮਰ ਦੇ ਜਿਹੜੇ ਕਨੈਕਸ਼ਨ ਹੁੰਦੇ ਨੇਗੇ ਉਹ ਸਟਾਰ ਦੇ ਵਿੱਚ ਹੁੰਦੇ ਨੇ, ਤਾਂ ਕਿ ਸਟਾਰ ਪੁਆਇੰਟ ਨਿਊਟਰਲ ਪੁਆਇੰਟ ਤੇ ਅਸੀਂ ਇੱਕ NCT ਨਿਊਟਰਲ ਕਰੰਟ ਟਰਾਂਸਫਾਰਮਰ ਲਗਾ ਸਕੀਏ। ਨੈਕਸਟ ਕਰ ਦਿਓ ਸਰ। ਹਾਂਜੀ, ਪਾਵਰ ਟਰਾਂਸਫਾਰਮਰ ਦੀ ਦੇਖੋ ਜੀ ਫਸਟ ਜਿਹੜੀ ਇਹਦੀ ਪ੍ਰੋਟੈਕਸ਼ਨ ਆ ਉਹ ਬੜੀ ਮਸਟ ਹੈ, ਇਸ ਕਰਕੇ ਇਹਦੇ ਉੱਤੇ ਕਈ ਤਰ੍ਹਾਂ ਦੀਆਂ ਪ੍ਰੋਟੈਕਸ਼ਨਾਂ ਲਗਾਈਆਂ ਜਾਂਦੀਆਂ ਨੇ। ਤਾਂ ਸਭ ਤੋਂ ਪਹਿਲਾਂ ਇੱਕ ਬਕਲਜ਼ ਰਿਲੇ ਲਗਾਈ ਜਾਂਦੀ ਹੈ ਜੀ। ਬਕਲਜ਼ ਰਿਲੇ ਬਾਰੇ ਤੁਹਾਨੂੰ ਥੋੜਾ ਜਿਹਾ ਬਰੀਫਲੀ ਦੱਸ ਦੇਣਾ ਜੀ। ਬਕਲ ਇੱਕ ਮੈਕੈਨੀਕਲ ਰਿਲੇ ਹੈ ਜੀ, ਗੈਸ ਓਪਰੇਟਡ ਰਿਲੇ ਹੈ ਜੀ ਇਹ। ਸਰ ਇਹਨੂੰ ਨੈਕਸਟ ਕਰ ਦਿਓ ਜੀ ਸਲਾਈਡ। ਹਾਂਜੀ, ਬਕਲ ਰਿਲੇ ਇੱਕ ਗੈਸ ਆਪਰੇਟਡ ਰਿਲੇ ਹੈ ਜਿਹੜੀ ਕਿ ਪਾਵਰ ਟਰਾਂਸਫਾਰਮਰ ਦੇ ਮੇਨ ਟੈਂਕ ਤੋਂ ਜਿਹੜੀ ਕੰਜ਼ਰਵੇਟਰ ਟੈਂਕ ਨੂੰ ਪਾਈਪ ਜਾ ਰਹੀ ਹੁੰਦੀ ਆ ਉਹਦੇ ਵਿਚਕਾਰ ਲਗਾਈ ਜਾਂਦੀ ਹੈ ਜੀ। ਬਕਲ ਰਿਲੇ ਦੋ ਕੰਡੀਸ਼ਨਾਂ ਨੇ, ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਇੰਟਰਨਲ ਫਾਲਟ ਟਰਾਂਸਫਾਰਮਰ ਦੇ, ਜਾਂ ਤਾਂ ਵਾਈਂਡਿੰਗ ਇੰਟਰ ਸ਼ਾਰਟ ਹੋ ਜਾਣ ਕਿਸੇ ਤਰ੍ਹਾਂ ਨਾਲ, ਜਾਂ ਕਿਸੇ ਤਰ੍ਹਾਂ ਦੀ ਕੋਰ ਦੇ ਵਿੱਚ ਪ੍ਰੋਬਲਮ ਆ ਜੇ, ਉਸ ਦੇ ਵਿੱਚ ਗੈਸ ਪ੍ਰੋਡਿਊਸ ਹੁੰਦੀ ਹੈ ਤੇ ਉਹ ਗੈਸ ਹਾਈ ਲੈਵਲ ਤੇ ਚਲੀ ਜਾਂਦੀ ਹੈ ਜਾਂ ਘੱਟ ਪ੍ਰੈਸ਼ਰ ਦੇ ਵਿੱਚ ਹੁੰਦੀ ਹੈ, ਤਾਂ ਇਹਦੇ ਵਿੱਚ ਮਰਕਰੀ ਅਲਾਰਮ ਲਗਾਏ ਜਾਂਦੇ ਨੇ। ਇਸ ਬਕਲ ਰਿਲੇ ਦੇ ਵਿੱਚ ਦੋ ਫਲੋਟ ਲੱਗੇ ਹੁੰਦੇ ਨੇ, ਮਰਕਰੀ ਉਹਦੇ ਵਿੱਚ ਪਾਈ ਜਾਂਦੀ ਹੈ। ਸ਼ੀਸ਼ੇ ਦੇ ਫਲੋਟ, ਕੰਚ ਦੀਆਂ ਸ਼ੀਸ਼ੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਮਰਕਰੀ ਪਾਈ ਹੁੰਦੀ ਹੈ। ਤਾਂ ਮਰਕਰੀ ਜਦੋਂ ਕੋਈ ਇੰਟਰਨਲ ਫਾਲਟ ਪੈਂਦਾ, ਇੰਟਰਨਲ ਫਾਲਟ ਇਹਨੂੰ ਉੱਪਰ ਨੂੰ ਚੱਕਦਾ ਹੈ। ਜਦੋਂ ਗੈਸ ਉੱਪਰ ਬਣਦੀ ਹੈ ਇਹਦੇ ਵਿੱਚ, ਇੰਟਰਨਲ ਟੈਂਕ ਦੇ ਵਿੱਚ ਬਣਦੀ ਹੈ ਤਾਂ ਉੱਪਰ ਨੂੰ ਉੱਠਦੀ ਹੈ ਉਹ। ਤਾਂ ਸਭ ਤੋਂ ਪਹਿਲਾਂ ਤਾਂ ਉਹ ਅਲਾਰਮ ਵਾਲੇ ਜਿਹੜਾ ਮਰਕਰੀ ਦੀ ਟਿਊਬ ਹੈ ਉਹਨੂੰ ਉੱਪਰ ਨੂੰ ਚੱਕ ਦਿੰਦੀ ਹੈ ਇੱਕ ਸਾਈਡ ਤੋਂ ਫਲੋਟ ਨੂੰ, ਤੇ ਦੂਜੀ ਸਾਈਡ ਉਹਦੇ ਕਨੈਕਟ ਬਣੇ ਹੁੰਦੇ ਨੇ। ਇੱਕ ਸਾਈਡ ਮਰਕਰੀ ਹੁੰਦੀ ਹੈ ਤਾਂ ਮਰਕਰੀ ਦੂਜੀ ਸਾਈਡ ਕਨੈਕਟ ਵਾਲੇ ਪਾਸੇ ਨੂੰ ਜਾ ਕੇ ਸ਼ਾਰਟ ਕਰ ਦਿੰਦੀ ਹੈ, ਤਾਂ ਦੈਨ ਅਲਾਰਮ ਪ੍ਰੋਡਿਊਸ ਹੁੰਦਾ ਹੈ। ਉਸ ਤੋਂ ਬਾਅਦ ਇੰਟਰਨਲ ਫਾਲਟ ਕਾਫੀ ਜ਼ਿਆਦਾ ਹਾਈ ਲੈਵਲ ਤੇ ਹੈ ਤਾਂ ਦੂਜੇ ਫਲੋਟ, ਮਰਕਰੀ ਦਾ ਫਲੋਟ ਹੈ ਉਸ ਨੂੰ ਇਹ ਉੱਪਰ ਚੱਕਿਆ, ਉਸੇ ਤਰ੍ਹਾਂ ਉਹ ਕੰਟੈਕਟ ਨੂੰ ਸ਼ਾਰਟ ਕਰਦੀ ਹੈ ਤੇ ਟਰਾਂਸਫਾਰਮਰ ਨੂੰ ਇਹ ਟ੍ਰਿਪ ਕਰ ਦਿੰਦੀ ਹੈ। ਤੇ ਇਹ ਤੁਸੀਂ ਇਮੇਜ ਦੇਖ ਰਹੇ ਹੋ, ਇਹਦੀ ਇੱਕ ਸਾਈਡ ਤੇ ਐਂਟਰ ਕਰਦਾ ਇਹਦੇ ਵਿੱਚ ਉਹ ਆਪਾਂ ਮੇਨ ਟੈਂਕ ਤੋਂ ਪਾਈਪ, ਤੇ ਦੂਜੀ ਸਾਈਡ ਨੂੰ ਸਪਲਾਈ ਕੰਜ਼ਰਵੇਟਰ ਨੂੰ ਚਲੀ ਜਾਂਦੀ ਹੈ, ਤੇ ਇਹ ਸੈਂਟਰ ਦੇ ਵਿੱਚ ਲਗਾਈ ਜਾਂਦੀ ਹੈ ਬਕਲ ਰਿਲੇ ਹੈ। ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆਇਲ ਹੁੰਦਾ ਹੈ ਤੇ ਇਹਦੇ ਵਿੱਚ ਦੋ ਫਲੋਟ ਹੁੰਦੇ ਨੇ, ਇੰਟਰਨਲ ਸ਼ੋ ਨਹੀਂ ਹੋ ਰਹੇ ਇੱਥੇ, ਇੰਟਰਨਲ ਫਲੋਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਮਰਕਰੀ ਹੋਈ ਜਾਂਦੀ ਹੈ। ਤਾਂ ਉਸ ਤੋਂ ਬਾਅਦ ਇਹਨੂੰ ਇਸ ਪੋਜੀਸ਼ਨ ਦੇ ਵਿੱਚ ਜਦੋਂ ਵੀ ਕਿਸੇ ਪਾਵਰ ਟਰਾਂਸਫਾਰਮਰ ਦੇ ਉੱਤੇ ਬਕਲ ਰਿਲੇ ਆਪਰੇਟ ਹੋ ਜੇ ਤਾਂ ਉਸ ਪੋਜੀਸ਼ਨ ਦੇ ਵਿੱਚ ਕਦੇ ਵੀ ਪਾਵਰ ਟਰਾਂਸਫਾਰਮਰ ਦੀ ਟਰਾਈ ਜਾਂ ਪਾਵਰ ਟਰਾਂਸਫਾਰਮਰ ਨੂੰ ਚਾਲੂ ਨਹੀਂ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਇਹਦੀ ਪ੍ਰੋਟੈਕਸ਼ਨ ਟੀਮ ਵੱਲੋਂ ਐਗਜ਼ਾਮਨ ਕੀਤਾ ਜਾਂਦਾ ਹੈ, ਇਹਨੂੰ ਚੈੱਕ ਕੀਤਾ ਜਾਂਦਾ ਹੈ ਵੀ ਕਿਸ ਤਰ੍ਹਾਂ ਦੀ ਇਹਦੇ ਵਿੱਚ ਗੈਸ ਪੈਦਾ ਹੋਈ ਹੈ, ਕਿਉਂਕਿ ਗੈਸ ਤੋਂ ਹੀ ਅੰਦਾਜ਼ਾ ਲਗਾਇਆ ਜਾਂਦਾ ਵੀ ਇੰਟਰਨਲ ਕਿਸ ਤਰ੍ਹਾਂ ਦਾ ਫਾਲਟ ਹੋਏਗਾ। ਜਾਂ ਤਾਂ
ਵਾਈਂਡਿੰਗ ਦੇ ਵਿੱਚ ਕੋਈ ਇੰਟਰਸ਼ੌਕਟ ਹੋ ਗਿਆ ਜਾਂ ਕੋਈ ਆਇਲ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋ ਗਈ ਜਾਂ ਕਿਸੇ ਤਰ੍ਹਾਂ ਦਾ ਕੋਰ ਦੇ ਵਿੱਚ ਕਿਸੇ ਤਰ੍ਹਾਂ ਦਾ ਫਾਲਟ ਪ੍ਰੋਡਿਊਸ ਹੋਇਆ ਤਾਂ ਇਸ ਚੀਜ਼ ਨੂੰ ਪਹਿਲਾਂ ਚੈੱਕ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਪ੍ਰੈਸ਼ਰ ਹੈ ਖਤਮ ਕੀਤਾ ਜਾਂਦਾ ਹੈ, ਇਹਨੂੰ ਇਹਦੇ ਵਿੱਚੋਂ ਗੈਸ ਕੱਢ ਕੇ ਜੇਕਰ ਤਾਂ ਕਲੀਅਰੈਂਸ ਦਿੱਤੀ ਜਾਂਦੀ ਹੈ ਵੀ ਇਹ ਚੱਲਣ ਯੋਗ ਹੈ ਤਾਂ ਚਲਾਇਆ ਜਾਂਦਾ ਹੈ, ਅਦਰਵਾਈਜ਼ ਟਰਾਂਸਫਾਰਮਰ ਨੂੰ ਰਿਪਲੇਸ ਕੀਤਾ ਜਾਂਦਾ ਹੈ। ਹਾਂਜੀ ਸਰ, ਅੱਗੇ ਜਿਹੜੀ ਨੈਕਸਟ ਪ੍ਰੋਟੈਕਸ਼ਨ ਪਾਵਰ ਟਰਾਂਸਫਾਰਮਰ ਤੇ ਲਗਾਈ ਜਾਂਦੀ ਹੈ ਜੀ ਉਹ ਹੈਗੇ ਜੀ ਪ੍ਰੈਸ਼ਰ ਰਿਲੀਫ ਵਾਲਵ। ਇਹਨੂੰ PRV ਰਿਲੇ ਵੀ ਕਿਹਾ ਜਾਂਦਾ ਹੈ, PRV ਰਿਲੇ। ਇਹ ਹਮੇਸ਼ਾ ਮੇਨ ਟੈਂਕ ਦੇ ਟੌਪ ਤੇ ਲਗਾਈ ਜਾਂਦੀ ਹੈ। ਦੇਖੋ ਜਿਹੜਾ ਪਾਵਰ ਟਰਾਂਸਫਾਰਮਰ ਆ ਉਹਦੇ ਉੱਤੇ ਦੋ ਅੱਜ ਮੇਨ ਜਿਹੜੇ ਮੋਸਟਲੀ ਪਾਵਰ ਟਰਾਂਸਫਾਰਮਰ ਨੇ ਉਹਦੇ ਉੱਤੇ ਅਸੀਂ ਚੱਲਦੇ ਲੋਡ ਦੇ ਉੱਤੇ ਟੈਪ ਨੂੰ ਚੇਂਜ ਕਰ ਸਕਦੇ ਹਾਂ, ਟੈਪ ਚੇਂਜਰ ਲਗਾਇਆ ਜਾਂਦਾ, OLTC ਬੋਲਿਆ ਜਾਂਦਾ, ਔਨ ਲੋਡ ਟੈਪ ਚੇਂਜਰ। ਤੇ ਪ੍ਰੈਸ਼ਰ ਰਿਲੀਫ ਵਾਲਵ ਤੇ ਬਕਲ ਰਿਲੇ, ਇਹ ਦੋਨੋਂ OLTC ਤੇ ਮੇਨ ਟੈਂਕ ਦੋਨਾਂ ਤੇ ਸੇਮ ਲਗਾਈਆਂ ਜਾਂਦੀਆਂ ਨੇ ਜੀ। ਮੰਨ ਲਓ ਮੇਨ ਟੈਂਕ ਤੇ ਵੀ PRV ਤੇ ਬਕਲ ਲੱਗੀ ਹੁੰਦੀ ਹੈ ਤੇ ਜਿਹੜਾ ਉਹਦਾ OLTC ਆ ਉਹ ਤੇ ਵੀ ਪ੍ਰੈਸ਼ਰ ਰਿਲੀਫ ਵਾਲਵ ਤੇ ਬਕਲ ਰਿਲੇ ਲੱਗੀ ਹੁੰਦੀ ਹੈ। ਇਹਦੀ ਇਮੇਜ ਦੇਖ ਰਹੇ ਹੋ ਤੁਸੀਂ, ਇਹ ਇਹਦੇ ਵਿੱਚ ਇਹ ਦੋ ਪੱਤੀਆਂ ਲਗਾਈਆਂ ਗਈਆਂ ਨੇ। ਦੇਖੋ ਇੱਕ ਹੇਠਾਂ ਪੱਤੀ ਇਹਦੇ ਵਿੱਚ ਲੱਗੀ ਹੋਈ ਹੈ, ਇਹਦੇ ਵਿੱਚ ਇੱਕ ਸਪਰਿੰਗ ਲਗਾਇਆ ਗਿਆ ਵਿਚਕਾਰ, ਇਹਦੇ ਵਿੱਚ ਸੈਂਟਰ ਦੇ ਵਿੱਚ ਉਹਦੀ ਟੈਂਸ਼ਨ ਦਿੱਤੀ ਗਈ ਹੈ ਸਪਰਿੰਗ ਨੂੰ, ਉਸ ਦੇ ਉੱਪਰ ਇੱਕ ਹੋਰ ਇਹ ਪਲੇਟ ਨੂੰ ਫਿੱਟ ਕੀਤਾ ਜਾਂਦਾ ਹੈ ਤੇ ਉੱਪਰਲੇ ਪਾਸੇ ਇਹਦੇ ਇੱਕ ਨੋਬ ਹੈ ਰੈੱਡ ਕਲਰ ਦੀ, ਤੁਸੀਂ ਦੇਖ ਰਹੇ ਹੋ, ਵਿੱਚੋਂ ਨੀਚੋਂ ਹੇਠਾਂ ਤੋਂ ਇੱਕ ਕੀਲੀ ਜੀ ਉੱਪਰ ਨੂੰ ਨਿਕਲਦੀ ਹੈ, ਜਿਹੜੀ ਇਹ ਰੈੱਡ ਕਲਰ ਦੀ ਨੋਬ ਨੂੰ ਉੱਪਰ ਨੂੰ ਸਿੱਧੀ ਕਰ ਦਿੰਦੀ ਹੈ। ਜਦੋਂ ਵੀ ਕਿਸੇ ਤਰ੍ਹਾਂ ਦਾ ਬਹੁਤ ਹਾਈ ਲੈਵਲ ਦਾ ਫਾਲਟ, ਇੰਟਰਨਲ ਫਾਲਟ, ਗੈਸ ਜਾਂ ਕਿਸੇ ਤਰ੍ਹਾਂ ਦਾ ਤੇਲ ਦਾ ਉਬਾਲਾ, ਜਦੋਂ ਵੀ ਕਿਸੇ ਤਰ੍ਹਾਂ ਦੀ ਟਰਾਂਸਫਾਰਮਰ ਦੇ ਵਿੱਚ ਫਾਲਟ ਪੈਂਦਾ, ਇੰਟਰਨਲ ਕਿਸੇ ਬਾਈਂਡਿੰਗ ਦੇ ਵਿੱਚ ਸ਼ਾਰਟ ਹੋ ਜਾਂਦਾ ਜਾਂ ਤੇਲ ਟੈਂਪਰੇਚਰ ਹੀ ਇੰਨਾ ਵੱਧ ਜਾਂਦਾ, ਬਾਈਂਡਿੰਗ ਦਾ ਟੈਂਪਰੇਚਰ ਲੋਡ ਜ਼ਿਆਦਾ ਵਧਣ ਦੇ ਕਾਰਨ ਜਿਹੜਾ ਉਹਦਾ ਤੇਲ ਹੈ ਉਹਦਾ ਟੈਂਪਰੇਚਰ ਗੇਜ ਦੇ ਕਾਰਨ ਜਿਹੜਾ ਉਹਦੇ ਤੇ ਅਲਾਰਮ ਲੱਗਿਆ ਹੋਇਆ ਉਹਨੇ ਅਲਾਰਮ ਦੇਤਾ ਜਾਂ ਉਹਦਾ ਤੇਲ ਦਾ ਪ੍ਰੈਸ਼ਰ ਜਾਂ ਤੇਲ ਦਾ ਟੈਂਪਰੇਚਰ ਇੰਨਾ ਜ਼ਿਆਦਾ ਵੱਧ ਗਿਆ ਤਾਂ ਇਹ PRV ਰਿਲੇ ਹੈ ਜਿਹੜੀ ਪ੍ਰੈਸ਼ਰ ਰਿਲੀਫ ਵਾਲਵ ਹੈ ਉਸ ਪੋਜੀਸ਼ਨ ਦੇ ਵਿੱਚ ਆਪਰੇਟ ਹੋ ਜਾਂਦੀ ਹੈ। ਇਹਦਾ ਨੋਬ ਹੈ ਜਿਹੜਾ ਇਹ ਉੱਪਰ ਨੂੰ ਚੱਕਿਆ ਜਾਂਦਾ ਹੈ ਤੇ ਇੱਥੋਂ ਇਹਦੇ ਆਲੇ ਦੁਆਲੇ ਤੋਂ ਤੇਲ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਅਗਰ ਜੇ ਇੱਕ ਇਹ ਪ੍ਰੈਸ਼ਰ ਰਿਲੀਫ ਵਾਲਵ ਨਾ ਲੱਗਿਆ ਹੋਵੇ ਤਾਂ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ, ਜਦੋਂ 47-48 ਡਿਗਰੀ ਬਾਹਰ ਦਾ ਟੈਂਪਰੇਚਰ ਹੁੰਦਾ ਹੈ, ਉਦੋਂ ਇੰਟਰਨਲ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਸ ਪੋਜੀਸ਼ਨ ਦੇ ਵਿੱਚ ਟਰਾਂਸਫਾਰਮਰ ਟੈਂਕ ਫਟ ਵੀ ਸਕਦਾ। ਇਸ ਚੀਜ਼ ਨੂੰ ਮਿਨੀਮਾਈਜ਼ ਕਰਨ ਵਾਸਤੇ, ਖਤਮ ਕਰਨ ਵਾਸਤੇ ਇਹ PRV ਪ੍ਰੈਸ਼ਰ ਰਿਲੀਫ ਵਾਲਵ ਰਿਲੇ ਲਗਾਈ ਜਾਂਦੀ ਹੈ ਜੀ। ਉਸ ਤੋਂ ਅੱਗੇ ਆ ਜਾਂਦੀ ਹੈ ਜੀ ਪ੍ਰੋਟੈਕਸ਼ਨ REF, ਰਿਸਟ੍ਰਿਕਟਡ ਅਰਥ ਫਾਲਟ ਰਿਲੇ। ਰਿਸਟ੍ਰਿਕਟਡ ਅਰਥ ਫਾਲਟ ਰਿਲੇ ਹੈ ਜਿਹੜੀ ਇਹ ਟਰਾਂਸਫਾਰਮਰ ਤੇ LT ਸਾਈਡ ਤੇ ਜਿਹੜਾ ਇੱਕ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ NCT ਲਗਾਇਆ ਜਾਂਦਾ ਹੈ ਨਿਊਟਰਲ ਸਾਈਡ ਤੇ, ਕਰੰਟ ਟਰਾਂਸਫਰ ਇੱਕ ਨਿਊਟਰਲ ਕਰੰਟ ਟਰਾਂਸਫਾਰਮਰ ਲਗਾਇਆ ਜਾਂਦਾ ਹੈ, ਉੱਥੇ ਵੀ ਇੱਕ CT ਲਗਾਇਆ ਜਾਂਦਾ ਹੈ। ਜਦੋਂ ਵੀ ਕਿਸੇ ਕਾਰਨ ਤਿੰਨਾਂ ਫੇਸਾਂ ਦੇ ਵਿੱਚ, ਸੈਕੰਡਰੀ ਸਾਈਡ ਦੇ ਤਿੰਨਾਂ ਫੇਸਾਂ ਦੇ ਵਿੱਚ ਫਾਲਟ ਆਉਂਦਾ ਹੈ ਜਾਂ ਤਿੰਨੋਂ ਫੇਸ ਅਨਬੈਲੈਂਸਡ ਹੋ ਜਾਂਦੇ ਨੇ, ਲੋਡ ਦਾ ਅਨਬੈਲੈਂਸਡ ਹੋ ਜਾਂਦੀ ਹੈ ਤਾਂ ਉਹ ਅਨਬੈਲੈਂਸਡ ਲੋਡ ਹੈ, ਤੁਸੀਂ ਇਮੇਜ ਦੇ ਵਿੱਚ ਦੇਖ ਰਹੇ ਹੋ। ਤਿੰਨਾਂ ਫੇਸਾਂ ਦੇ ਵਿੱਚ ਜਦੋਂ ਲੋਡ ਅਨਬੈਲੈਂਸਡ ਹੋ ਜਾਂਦਾ ਹੈ ਤਾਂ ਅਨਬੈਲੈਂਸਡ ਲੋਡ ਹੈ ਜਿਹੜਾ ਉਹ ਨਿਊਟਰਲ ਦੇ ਵਿੱਚ ਜਾਂਦਾ ਹੈ, ਨਿਊਟਰਲ ਦੇ ਵਿੱਚ ਜਾਂਦਾ ਹੈ ਤਾਂ ਨਿਊਟਰਲ ਦੇ ਵਿੱਚ ਵੀ ਇੱਕ CT NCT ਜਿਹਨੂੰ ਕਿਹਾ ਜਾਂਦਾ ਨਿਊਟਰਲ ਕਰੰਟ ਟਰਾਂਸਫਾਰਮਰ ਲਗਾਇਆ ਜਾਂਦਾ ਤੇ 3 CT ਇਹਦੇ LT ਸਾਈਡ ਤੇ ਲਗਾਏ ਜਾਂਦੇ ਨੇ ਤੇ ਉਹਨਾਂ ਦੇ ਵਿਚਕਾਰ ਇੱਕ REF ਰਿਸਟ੍ਰਿਕਟਡ ਅਰਥ ਫਾਲਟ ਰਿਲੇ ਲਗਾਈ ਜਾਂਦੀ ਹੈ। ਜਦੋਂ ਇਹਨਾਂ ਦੋਹਾਂ ਦੇ ਵਿੱਚ ਲੋਡ ਅਨਬੈਲੈਂਸਡ ਹੋ ਜੇ, ਸੈਕੰਡਰੀ ਤੇ ਇਹਨਾਂ ਦਾ ਨਿਊਟਰਲ NCT ਦੇ ਵਿਚਕਾਰ ਲੋਡ ਅਨਬੈਲੈਂਸਡ ਹੋ ਜਾਂਦਾ ਹੈ ਤਿੰਨਾਂ ਫੇਸਾਂ ਦਾ, ਤਾਂ REF ਰਿਲੇ ਹੈ ਆਪਰੇਟ ਹੋ ਜਾਂਦੀ ਹੈ ਤੇ ਟਰਾਂਸਫਾਰਮਰ ਨੂੰ ਟ੍ਰਿਪ ਕਰਾ ਦਿੰਦੀ ਹੈ ਜੀ। ਹਾਂਜੀ ਨੈਕਸਟ ਕਰ ਲਓ ਸਰ। ਹਾਂਜੀ ਇਹ ਸੀਗਾ ਪਾਵਰ ਟਰਾਂਸਫਾਰਮਰ ਦੀਆਂ ਪ੍ਰੋਟੈਕਸ਼ਨਾਂ। ਇਸ ਤੋਂ ਬਾਅਦ ਜਿਹੜਾ ਮੇਨ ਪਾਵਰ ਟਰਾਂਸਫਾਰਮਰ ਦਾ ਕੰਮ ਹੈ ਜੀ, ਮੰਨ ਲਓ 66 kV ਸਪਲਾਈ ਮੇਨ HT ਸਾਈਡ ਤੋਂ ਐਂਟਰ ਕਰਕੇ LT ਸਾਈਡ ਤੋਂ ਉਹਨੇ ਸਟੈਪ ਡਾਊਨ ਕਰਤਾ ਜੀ ਪਾਵਰ ਸਪਲਾਈ ਨੂੰ, 11 kV ਸਪਲਾਈ ਸੈਕੰਡਰੀ ਸਾਈਡ ਤੋਂ ਸਾਡੇ ਲਵੇ 3 ਫੇਜ਼ ਨਿਕਲ ਆਈ। ਇਹ ਪਾਵਰ ਟਰਾਂਸਫਾਰਮਰ ਦੇਖ ਰੱਖੇ ਹੋ ਤੁਸੀਂ। ਜਦੋਂ ਸੈਕੰਡਰੀ ਸਾਈਡ ਤੋਂ HT 11 kV ਸਪਲਾਈ ਨਿਕਲਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਮੇਨ ਜਿਹੜੀ ਆਊਟਡੋਰ ਬੱਸ ਬਾਰ ਬਣੀ ਹੋਈ ਹੈ, ਉਸੇ ਤਰ੍ਹਾਂ ACR SR ਕੰਡਕਟਰ ਦੀ
ਜਾਂ ਜੈਬਰਾ ਕੰਡਕਟਰ ਦੀ ਫਾਰਮ ਦੇ ਵਿੱਚ ਕੰਡਕਟਰ ਪਾਇਆ ਜਾਂਦਾ ਹੈ। ਆਊਟਡੋਰ ਇੱਕ 11 kV ਦੀ ਬੱਸ ਬਾਰ ਬਣਾਈ ਜਾਂਦੀ ਹੈ, ਜਿੱਥੇ ਅਸੀਂ 11 kV ਸਪਲਾਈ ਨੂੰ ਲੈਂਦੇ ਹਾਂ। ਇਹ ਹਰ ਇੱਕ ਟਰਾਂਸਫਾਰਮਰ, ਹਰ ਇੱਕ ਪਾਵਰ ਟਰਾਂਸਫਾਰਮਰ ਦੀ ਇੰਡੀਵਿਜੂਅਲ ਬੱਸ ਬਾਰ ਬਣਾਈ ਜਾਂਦੀ ਹੈ। ਅਸੀਂ ਇਕੱਲੇ ਇਕੱਲੇ ਦੀ ਪਾਵਰ ਟਰਾਂਸਫਾਰਮਰ ਦੀ ਬੱਸ ਬਾਰ ਬਣਾ ਲੈਂਦੇ ਹਾਂ। ਹਾਂਜੀ ਸਰ, ਨੈਕਸਟ ਕਰ ਦਿਓ ਜੀ। ਹਾਂਜੀ, ਅੱਗੇ ਆ ਕਹਿੰਦੀ ਹੈ ਜੀ 11 kV XLP ਕੇਬਲ, ਕ੍ਰੋਸਡ ਲਿੰਕਡ ਪੋਲੀਥੀਨ ਕੇਬਲ ਵੀ ਬੋਲਿਆ ਜਾਂਦਾ ਹੈ। ਆਰਮੰਡ ਕੇਬਲ ਹੁੰਦੀ ਹੈ ਜੀ ਇਹ 11 kV ਲਈ ਅਸੀਂ ਮੋਸਟਲੀ ਵਰਤਦੇ ਹਾਂ। ਜਦੋਂ ਵੀ ਸਪਲਾਈ ਅਸੀਂ ਸਟੈਪ ਡਾਊਨ ਕਰਨ ਤੋਂ ਬਾਅਦ ਮੇਨ ਬੱਸ ਬਾਰ ਤੇ ਸਪਲਾਈ ਨੂੰ ਲੈਂਦੇ ਹਾਂ, ਤਾਂ ਮੇਨ ਬੱਸ ਬਾਰ ਤੇ ਸਪਲਾਈ ਲੈਣ ਤੋਂ ਬਾਅਦ ਅਸੀਂ ਅੱਗੇ XLP ਕੇਬਲ ਦੇ ਥਰੂ ਉਸਨੂੰ XLP ਕੇਬਲ ਦੇ ਥਰੂ ਫਰਦਰ ਇਨਕਮਰ ਦੇ ਵਿੱਚ ਸੈਂਡ ਕਰਨੀ ਹੁੰਦੀ ਹੈ। ਤਾਂ ਉਹ ਮੇਨ ਜਿਹੜੀ ਆਊਟਡੋਰ ਬੱਸ ਬਾਰ ਹੈ ਉੱਥੇ XLP ਕੇਬਲ ਨੂੰ ਜੋੜਿਆ ਜਾਂਦਾ ਹੈ। ਇਹ ਕੇਬਲ ਵੇਟ ਦੇ ਵਿੱਚ ਲਾਈਟ ਹੁੰਦੀ ਹੈ ਜੀ, ਆਰਮੰਡ ਕੇਬਲ ਹੁੰਦੀ ਹੈ ਜੀ। ਬਕਾਇਦਾ ਇਹਦੇ ਕੇਬਲ ਬਕਸੇ ਭਰੇ ਜਾਂਦੇ ਨੇ ਜੀ ਦੋਨਾਂ ਸਾਈਡਾਂ ਤੋਂ, ਜਿੱਥੋਂ ਵੀ ਅਸੀਂ ਇਹਦੇ ਮੇਨ 3 ਕੋਰ ਹੁੰਦੀ ਹੈ ਜੀ। ਇਹ ਮੇਨ ਜਿੱਥੋਂ ਵੀ ਅਸੀਂ ਕਨੈਕਟ ਕਰਨਾ ਹੈ, ਇਸ ਨੂੰ ਕੇਬਲ ਨੂੰ ਕਨੈਕਟ ਕਰਨਾ ਹੈ, ਉੱਥੋਂ ਇਸਦੇ ਕੇਬਲ ਬਕਸੇ ਭਰੇ ਜਾਂਦੇ ਨੇ ਜੀ। ਤੁਸੀਂ ਆਮ ਦੇਖਿਆ ਹੋਊਗਾ ਆਪਦੇ ਘਰਾਂ ਦੇ ਨੇੜੇ ਤੇੜੇ ਰੈੱਡ ਕਲਰ ਦੇ ਕੇਬਲ ਬਕਸੇ ਭਰੇ ਜਾਂਦੇ ਨੇ। 3 ਕੋਰ ਕੇਬਲ ਹੁੰਦੀ ਹੈ ਜੀ, ਇਮੇਜ ਦੇ ਵਿੱਚ ਦੇਖ ਰਹੇ ਹੋ, ਕੋਈ ਆਰਮੰਡ ਕੇਬਲ ਹੁੰਦੀ ਹੈ ਜੀ। ਇਹਦੇ ਵਿੱਚ ਇਹਦੇ 3 ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ, ਜਿੱਥੇ ਅਸੀਂ ਕਨੈਕਟ ਕਰਨੀ ਹੈ ਜੀ, ਜਿੱਥੋਂ ਚੱਲੀ ਤੇ ਜਿੱਥੇ ਇਹਦਾ ਐਂਡ ਪੁਆਇੰਟ, ਦੋਨਾਂ ਸਾਈਡਾਂ ਤੇ ਜਿੱਥੋਂ ਜੋੜਨੀ ਹੈ ਜੀ ਇਹ ਕਨੈਕਟ ਕਰਨੀ ਹੈ, ਉੱਥੇ ਇਹਦੇ ਕੇਬਲ ਬਕਸੇ ਫਿਲ ਕੀਤੇ ਜਾਂਦੇ ਨੇ। ਹੁਣ ਜਦੋਂ ਮੇਨ ਆਊਟਡੋਰ ਬੱਸ ਬਾਰ ਤੇ ਇਸ ਨੂੰ ਕਨੈਕਟ ਕਰਨਾ, ਤਾਂ ਇਸਦੇ ਕੇਬਲ ਬਕਸੇ ਭਰ ਕੇ 3 ਟਰਮੀਨਲਾਂ ਤੇ ਅਸੀਂ ਥਿੰਬਲਾਂ ਲਗਾਉਂਦੇ ਹਾਂ ਜੀ। ਇਹਦੇ ਅਲੱਗ-ਅਲੱਗ ਸਾਈਜ਼ ਆਉਂਦੇ ਨੇ ਜੀ, 50 mm, 100 mm, 150 mm, 200, 300 mm ਇਹਦੀ ਕਪੈਸਿਟੀ ਹੈ ਜੀ ਇਹ XLP ਕੇਬਲ ਦੀ। ਤੇ ਇਸਨੂੰ ਫਰਦਰ ਆਊਟਡੋਰ ਬੱਸ ਬਾਰ 11 kV ਆਊਟਡੋਰ ਬੱਸ ਬਾਰ ਨਾਲ ਕਰਨ ਤੋਂ ਬਾਅਦ XLP ਕੇਬਲ ਨੂੰ ਅੱਗੇ ਇਨਕਮਰ ਦੇ ਵਿੱਚ ਜੋੜਿਆ ਜਾਂਦਾ ਹੈ। ਮੇਨ ਇਨਕਮਰ ਦੇ ਵਿੱਚ ਟਰੈਂਚਾਂ ਦੇ ਥਰੂ ਹੁੰਦੀ XLP ਕੇਬਲ ਮੇਨ ਇਨਕਮਰ ਦੇ ਬੈਕ ਸਾਈਡ ਤੇ ਕਨੈਕਟ ਕੀਤਾ ਜਾਂਦਾ। ਹਾਂਜੀ, ਨੈਕਸਟ ਕਰ ਦਿਓ। ਹਾਂਜੀ ਹਾਂਜੀ ਸਰ, 11 kV ਇਨਕਮਰ, 11 kV ਇਨਕਮਰ ਹਰ ਇੱਕ ਗ੍ਰਿਡ ਸਬ ਸਟੇਸ਼ਨ ਦੇ ਵਿੱਚ ਦੇਖੋ ਜੀ, ਜਿੰਨੇ ਵੀ ਪਾਵਰ ਟਰਾਂਸਫਾਰਮਰ ਹੋਣਗੇ, ਮੰਨ ਲਓ 1 ਜਾਂ 2, 3 ਪਾਵਰ, ਜਿੰਨੇ ਵੀ ਪਾਵਰ ਟਰਾਂਸਫਾਰਮਰ ਕਿਸੇ ਗ੍ਰਿਡ ਸਬ ਸਟੇਸ਼ਨ ਤੇ ਹੋਣਗੇ, ਉਹਨੇ ਹੀ ਇਨਕਮਰ ਤੋਂ ਭਾਵ ਦੀ ਜਿੰਨੀ ਵੀ ਸਪਲਾਈ 66 kV ਤੋਂ 11 kV ਦੇ ਵਿੱਚ ਸਟੈਪ ਡਾਊਨ ਕੀਤੀ ਗਈ ਆ ਪਾਵਰ ਟਰਾਂਸਫਾਰਮਰ ਨੇ, ਉਹ ਸਾਰੀ ਦੀ ਸਾਰੀ ਸਪਲਾਈ ਅੱਗੇ ਫਰਦਰ XLP ਕੇਬਲਾਂ ਦੇ ਥਰੂ ਹੁੰਦੀ ਹੋਈ ਇਨਕਮਰ ਦੇ ਵਿੱਚ ਕਨੈਕਟ ਕੀਤੀ ਜਾਂਦੀ ਹੈ। ਇਨਕਮਰ ਦੀ ਇਮੇਜ ਦੇਖਦੇ ਹੋ ਜੀ ਤੁਸੀਂ, ਮੇਨ ਇਨਕਮਰ ਇਹਦੇ ਵਿੱਚ ਕੀ ਹੈ ਜੀ, ਇਹਦੇ ਬੈਕ ਸਾਈਡ ਤੇ ਜਦੋਂ ਅਸੀਂ ਇਹਦਾ ਕਵਰ ਖੋਲਦੇ ਹਾਂ ਤਾਂ ਬੈਕ ਸਾਈਡ ਤੇ ਉੱਤੇ 6 ਟਰਮੀਨਲ ਬਣੇ ਹੁੰਦੇ ਨੇ। 3 ਉੱਪਰਲੀ ਸਾਈਡ ਬਣੇ ਹੁੰਦੇ ਨੇ, 3 ਹੇਠਲੇ ਸਾਈਡ ਬਣੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਬਕਾਇਦਾ ਸੀਟੀ ਲੱਗੇ ਹੁੰਦੇ ਨੇ। ਉੱਥੇ XLP ਕੇਬਲ ਨੂੰ ਹੇਠਲੇ ਟਰਮੀਨਲਾਂ ਤੇ ਅਸੀਂ ਕਨੈਕਟ ਕਰਦੇ ਹਾਂ। ਜਿਹੜੀ XLP ਕੇਬਲ ਅਸੀਂ ਬਾਹਰ ਆਊਟਡੋਰ ਸਬ ਸਟੇਸ਼ਨ ਤੋਂ ਚੱਕ ਕੇ ਆਊਟਡੋਰ ਬੱਸ ਬਾਰ ਤੋਂ ਲੈ ਕੇ ਆਉਂਦੀ ਹੈ, ਉਸਨੂੰ ਹੇਠਲੇ ਟਰਮੀਨਲਾਂ ਦੇ ਨਾਲ ਕਨੈਕਟ ਕਰਦੇ ਹਾਂ। ਤੇ ਉੱਪਰਲੇ ਟਰਮੀਨਲ ਹੁੰਦੇ ਨੇ ਜਿਹੜੇ ਮੇਨ ਇਨਕਮਰ ਦੇ, ਉੱਥੇ ਅਸੀਂ 11 kV ਇਨਡੋਰ ਬੱਸ ਬਾਰ ਨੂੰ ਕਨੈਕਟ ਕਰਦੇ ਹਾਂ। ਹਾਂਜੀ, ਨੈਕਸਟ ਕਰੋ ਸਰ। 11 kV ਇਨਡੋਰ ਬੱਸ ਬਾਰ ਉੱਪਰਲੇ ਟਰਮੀਨਲ ਇਨਕਮਰ ਦੇ ਨਾਲ ਕਨੈਕਟ ਕਰਕੇ ਉਸ ਤੋਂ ਬਾਅਦ ਫਰਦਰ ਆਊਟਗੋਇੰਗ ਫੀਡਰਾਂ ਦੇ ਨਾਲ ਮੇਨ ਬੱਸ ਬਾਰ ਸਾਰਿਆਂ ਦੀ ਕਾਮਨ ਰੱਖੀ ਜਾਂਦੀ ਹੈ ਜੀ। ਇਹ ਇੰਟਰਨਲ ਬੱਸ ਬਾਰ, ਇਹ ਤੁਸੀਂ ਪੱਤੀਆਂ ਜਿਹੜੀਆਂ ਦੇਖ ਰਹੇ ਹੋ ਕਾਪਰ ਦੀਆਂ, ਤਾਂਬੇ ਦੀਆਂ ਪੱਤੀਆਂ ਨੇ, ਇਹ ਇੱਕ ਬੱਸ ਬਾਰ ਹੈ ਜੀ। 3 ਮੇਨ ਇਹ ਬੱਸ ਬਾਰਾਂ ਚੱਲਦੀਆਂ ਨੇਗੀਆਂ। ਇਹ ਜਿਹੜੇ ਬ੍ਰੇਕਰ ਹੁੰਦੇ ਨੇ ਸਾਡੇ BCB ਬੋਲਦੇ ਆ ਜਿਨ੍ਹਾਂ ਨੂੰ, ਉਹਨਾਂ ਦੀ ਬੈਕ ਸਾਈਡ ਦੇ ਉੱਤੇ ਅਸੀਂ ਇੰਟਰਨਲੀ ਪਿੱਛੋਂ ਇਹ ਢਕੀ ਹੁੰਦੀ ਹੈ ਜੀ, ਇਹ ਤੇ ਬਕਾਇਦਾ ਕਵਰਿੰਗ ਕੀਤੀ ਹੁੰਦੀ ਹੈਗੀ। ਉੱਪਰਲੇ ਪਾਸੇ ਉੱਪਰਲੇ ਟਰਮੀਨਲ ਨਾਲ ਕਨੈਕਟ ਕੀਤਾ ਜਾਂਦਾ ਹੈ ਇਹਨਾਂ ਨੂੰ, ਜਿੱਥੋਂ ਕਿ ਅਸੀਂ ਅੱਗੇ ਫਰਦਰ ਸਪਲਾਈ ਨੂੰ ਡਿਸਟਰੀਬਿਊਟ ਕਰਨਾ ਹੈ। ਹਾਂਜੀ ਸਰ, ਅੱਗੇ ਨੈਕਸਟ ਕਰੋ ਜੀ। 11 kV ਆਊਟਗੋਇੰਗ ਫੀਡਰ, ਹਾਂਜੀ ਇਨਕਮਰ ਦੇ ਨਾਲ ਹੀ 11 kV ਆਊਟਗੋਇੰਗ ਫੀਡਰ ਜਿਹਨੂੰ BCB ਬ੍ਰੇਕਰ ਲਗਾਏ ਜਾਂਦੇ ਨੇ ਜੀ, ਜਿਨ੍ਹਾਂ ਦਾ ਮੇਨ ਕੰਮ ਹੈ ਇੱਕ ਵਾਰ ਸਪਲਾਈ ਗ੍ਰਿਡ ਦੇ ਵਿੱਚ ਐਂਟਰ ਕਰ ਗਈ ਜੀ ਇਨਕਮਰ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਉਹਦੇ ਉੱਪਰਲੇ ਟਰਮੀਨਲ ਆਊਟਪੁੱਟ ਵਾਲੇ ਟਰਮੀਨਲਾਂ ਤੇ ਬੱਸ ਬਾਰ ਹੋਊਗੀ ਜੀ, ਕਾਮਨ ਬੱਸ ਬਾਰ, ਤੇ ਉਹਦੇ ਹੇਠਲੇ ਟਰਮੀਨਲ ਨੇ ਜਿਹੜੇ ਹਰ ਇੱਕ ਆਊਟਗੋਇੰਗ ਫੀਡਰ ਤੇ, ਉੱਥੋਂ ਵੀ XLP ਕੇਬਲ ਲੈ ਕੇ। ਹਾਂਜੀ ਕਰ ਦੋ ਸਰ, ਨੈਕਸਟ ਜੀ।
ਇਹ ਤੁਸੀਂ ਦੇਖ ਰਹੇ ਹੋ ਜੀ ਇਮੇਜ ਦੇ ਵਿੱਚ ਸਾਰੇ ਆਊਟਗੋਇੰਗ ਫੀਡਰ ਨੇ ਜੀ, BCB ਵੈਕਿਊਮ ਸਰਕਟ ਬ੍ਰੇਕਰ ਨੇ, ਤੇ ਇਹਨਾਂ ਦੇ ਉੱਪਰਲੇ ਟਰਮੀਨਲ, ਇਹਦੀ ਬੈਕ ਸਾਈਡ ਹੈ, ਜੇ ਬੈਕ ਸਾਈਡ ਇੱਥੇ ਨਹੀਂ ਦਿਖ ਰਹੀ, ਇਹਦੀ ਬੈਕ ਸਾਈਡ ਦੇ ਉੱਤੇ ਇਹ ਬੱਸ ਬਾਰ ਲਗਾਈ ਜਾਂਦੀ ਹੈ ਕਾਪਰ ਦੀ, ਤੇ ਉਹਦੇ ਹੇਠਲੇ ਟਰਮੀਨਲ ਨੇ ਤਿੰਨ, ਹਰ ਇੱਕ ਬ੍ਰੇਕਰ ਦੇ 3 ਟਰਮੀਨਲ ਲਗਾਏ ਜਾਂਦੇ ਨੇ, ਤੇ ਹਰ ਇੱਕ ਟਰਮੀਨਲ ਦੇ ਵਿੱਚੋਂ XLP ਕੇਬਲ ਦੇ ਥਰੂ ਸਪਲਾਈ ਬਾਹਰ ਲਈ ਜਾਂਦੀ ਹੈ, ਉਸ ਨੂੰ ਅੱਗੇ ਪੋਲ ਤੇ ਲਿਆ ਜਾਂਦਾ ਹੈ, ਜਿਹੜਾ ਡਬਲ H ਪੋਲ ਲਗਾਇਆ ਜਾਂਦਾ ਜੀ ਗ੍ਰਿਡ ਦੇ ਬਾਹਰ, ਸਾਰੀ ਆਊਟਗੋਇੰਗ ਸਪਲਾਈ ਉੱਥੇ ਲਈ ਜਾਂਦੀ ਹੈ, ਤੇ ਇਹਨਾਂ ਦੇ ਵਿਚਕਾਰ ਇਹਨਾਂ ਦੋਹਾਂ ਨੂੰ ਦੀ ਸਪਲਾਈ ਨੂੰ ਮੇਨ ਬੱਸ ਬਾਰ ਤੇ ਹੇਠਲੇ ਆਊਟਪੁੱਟ ਜਿਹੜੀ ਇਹਦੀ ਲੈਣੀ ਹੈ ਮੇਨ XLP ਕੇਬਲਾਂ ਦੇ ਥਰੂ, ਉਸ ਚੀਜ਼ ਨੂੰ ਕਨੈਕਟ ਕਰਨ ਵਾਸਤੇ ਇਹਦੇ ਵਿੱਚ ਇੱਕ ਟਰਾਲੀ ਹੁੰਦੀ ਹੈ ਜੀ ਮੇਨ ਮੋਰ ਅਗਲੀ ਸਾਈਡ ਤੇ BCB ਵੈਕਿਊਮ ਸਰਕਟ ਬ੍ਰੇਕਰ ਲੱਗੇ ਹੁੰਦੇ ਨੇ ਉੱਥੇ ਫੇਸਾਂ ਲਈ, 3 BCB ਲਗਾਏ ਜਾਂਦੇ ਨੇ, ਤਿੰਨਾਂ ਦੇ ਵਿੱਚ ਵੈਕਿਊਮ ਇੰਟਰਪਟਰ ਲਗਾਏ ਜਾਂਦੇ ਨੇ, BC ਜਿਹੜੇ ਬੱਸ ਬਾਰ ਦੇ ਨਾਲ ਜੁੜੇ ਹੁੰਦੇ ਨੇ, ਤੇ ਹੇਠਲੇ ਪਾਸੇ ਜਿਹੜੀ ਆਊਟਗੋਇੰਗ ਅਸੀਂ ਆਊਟਗੋਇੰਗ ਫੀਡਰਾਂ ਵਾਸਤੇ ਕੇਬਲ ਲਾਈ ਹੈ। ਇੱਕ ਮਿੰਟ ਸਰ ਮੈਂ ਥੋੜਾ ਜਿਹਾ ਡਿਫਾਈਨ ਕਰਦਾ ਜੀ, ਆਊਟਗੋਇੰਗ ਫੀਡਰ ਡਿਫਾਈਨ ਕਰਦਾ ਜੀ, ਇਹ ਤੋਂ ਹਾਂ ਰੋਕਿਓ, ਇਹਨੂੰ ਸਲਾਈਡ ਨੂੰ ਰੋਕਿਓ ਜੀ ਥੋੜਾ ਜਿਹਾ। ਆਊਟਗੋਇੰਗ ਫੀਡਰਾਂ ਵਾਸਤੇ ਵੈਕਿਊਮ ਇੰਟਰਪਟਰ ਲੱਗੇ ਹੁੰਦੇ ਨੇ ਜੀ ਹਰ ਇੱਕ BCB ਦੇ ਵਿੱਚ, ਜਿੰਨੇ ਵੀ BCB ਵੈਕਿਊਮ ਇੰਟਰਪਟਰ ਤੋਂ ਭਾਵ ਹੈ ਕਿ ਉਹ ਇਸ ਤਰ੍ਹਾਂ ਹਾਂਜੀ, ਵੈਕਿਊਮ ਇੰਟਰਪਟਰ ਹਰ ਇੱਕ BCB ਦੇ ਵਿੱਚ ਲਗਾਏ ਜਾਂਦੇ ਨੇ, ਉਹਨਾਂ ਦੇ ਵਿੱਚ ਇੱਕ ਫਿਕਸ ਕੰਟੈਕਟ ਹੁੰਦਾ ਹੈ ਜੀ, ਇੱਕ ਸਾਈਡ ਤੇ ਮੂਵੇਬਲ ਹੁੰਦਾ ਹੈ। ਫਿਕਸ ਕੰਟੈਕਟ ਹਮੇਸ਼ਾ ਬੱਸ ਬਾਰ ਦੇ ਨਾਲ ਜੁੜਿਆ ਰਹਿੰਦਾ ਹੈ, ਤੇ ਕਰਦਾ ਜਿਹੜਾ ਕਿ ਅਸੀਂ ਆਊਟਗੋਇੰਗ ਫੀਡਰਾਂ ਨੂੰ ਬਾਹਰ ਪੋਲ ਤੇ ਸਪਲਾਈ ਚਾੜੀ ਜਾਂਦੀ ਹੈ XLP ਕੇਬਲਾਂ ਦੇ ਥਰੂ। ਹਾਂਜੀ, ਅੱਗੇ ਆ ਗਿਆ ਜੀ 11 kV ਕਪੈਸਿਟਰ ਬੈਂਕ, ਇਹ ਵੀ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ ਹਰ ਇੱਕ ਗ੍ਰਿਡ ਸਬ ਸਟੇਸ਼ਨ, ਹਰ ਇੱਕ ਇੰਡਸਟਰੀ ਲਈ, ਈਵਨ ਕਿ ਘਰਾਂ ਵਾਸਤੇ ਕਪੈਸਿਟਰ ਜ਼ਰੂਰੀ ਨੇ, ਕਿਉਂਕਿ ਸਾਰਾ ਸਿਸਟਮ ਇਲੈਕਟ੍ਰੀਸਿਟੀ ਦਾ ਜਿਹੜਾ ਚੱਲਦਾ ਹੈ ਉਹ ਪਾਵਰ ਫੈਕਟਰ ਤੇ ਚੱਲਦਾ, ਇਸ ਕਰਕੇ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਵਾਸਤੇ ਅਸੀਂ ਕਪੈਸਿਟਰ ਲਗਾਉਂਦੇ ਹਾਂ, ਕਪੈਸਿਟਰ ਬੈਂਕ ਲਗਾਉਂਦੇ ਹਾਂ। ਜਦੋਂ ਕਾਫੀ ਬਹੁਤਾਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਪੈਸਿਟਰਾਂ ਨੂੰ ਸੀਰੀਜ਼ ਜਾਂ ਪੈਰਲਲ ਦੇ ਵਿੱਚ ਸਟਾਰ ਜਾਂ ਡੈਲਟਾ ਕਨੈਕਟਡ ਕਰਕੇ ਲਗਾਇਆ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ, ਤਾਂ ਉਹ ਕਪੈਸਿਟਰ ਬੈਂਕ ਬਣ ਜਾਂਦਾ ਹੈ। ਹੁਣ ਜਦੋਂ ਕਿਸੇ 66 kV ਜਾਂ 220 kV ਤੇ ਕਪੈਸਿਟਰ ਲਗਾਏ ਜਾਂਦੇ ਨੇ ਤਾਂ ਉਹ ਕਾਫੀ ਜ਼ਿਆਦਾ ਰੇਟਿੰਗ ਦੇ ਵਿੱਚ ਲਗਾਏ ਜਾਂਦੇ ਨੇ, ਤੇ ਇਹਨਾਂ ਦੀ ਜਿਹੜੀ ਰੇਟਿੰਗ ਹੈ ਉਹ kVAR ਦੇ ਵਿੱਚ ਹੁੰਦੀ ਹੈ। ਤਾਂ ਜਦੋਂ ਵੀ ਲੋਡ ਦੀ ਜਿਹੜੀ ਮਾਤਰਾ ਹੈ, ਲੋਡ ਵੱਧ ਜਾਂਦਾ ਹੈ ਲਗਭਗ 300 ਐਂਪੀਅਰ, ਜਦੋਂ ਅਸੀਂ ਇੱਕ ਇਨਕਮਰ ਦੇ ਉੱਤੇ ਲੋਡ 300 ਐਂਪੀਅਰ ਟੱਪ ਜਾਂਦਾ ਹੈ ਤਾਂ ਅਸੀਂ ਇਹ ਕਪੈਸਿਟਰ ਬੈਂਕ ਨੂੰ ਸਰਵਿਸ ਦੇ ਵਿੱਚ ਲੈਂਦੇ ਆ, ਇਹਨੂੰ ਔਨ ਕਰ ਲੈਂਦੇ ਆ। ਇਹਦੇ ਨਾਲ ਕੀ ਹੁੰਦਾ ਹੈ, ਜਿਹੜੀ ਸਾਡੀ ਵੋਲਟੇਜ ਡਾਊਨ ਹੋਈ ਹੁੰਦੀ ਹੈ ਇੱਕ ਤਾਂ ਉਹ ਅਪ ਹੋ ਜਾਂਦੀ ਹੈ, ਤੇ ਜਿਹੜਾ ਇੰਡਕਟਿਵ ਲੋਡ ਡਿਊ ਟੂ ਇੰਡਕਟਿਵ ਲੋਡ ਹੈ, ਤੁਸੀਂ ਕਪੈਸਿਟਰ ਬੈਂਕ ਦੇਖ ਰਹੇ ਹੋ ਜੀ ਸਾਹਮਣੇ, ਜਿਹੜੇ ਚੌਰਸ ਬਣੇ ਹੋਏ ਨੇ ਉੱਪਰ ਉਚਾਈ ਦੇ ਉੱਤੇ ਲਗਾਏ ਗਏ ਨੇ, ਕਪੈਸਿਟਰ ਬੈਂਕ ਨੇ। ਕਈ ਕਪੈਸਿਟਰ ਆਪਸ ਦੇ ਵਿੱਚ ਜੋੜ ਕੇ ਇੱਕ ਬੈਂਕ ਬਣਾਇਆ ਗਿਆ ਹੈ। ਜਦੋਂ ਵੀ ਲੋਡ ਕਿਸੇ ਵੀ ਗ੍ਰਿਡ ਦੇ ਉੱਤੇ ਜ਼ਿਆਦਾ ਵੱਧ ਜਾਂਦਾ ਹੈ ਤਾਂ ਅਸੀਂ ਕਪੈਸਿਟਰ ਬੈਂਕ ਔਨ ਕਰ ਲੈਂਦੇ ਹਾਂ। ਕਪੈਸਿਟਰ ਬੈਂਕ ਕੰਪਨਸੇਟ ਕਰ ਦਿੰਦਾ ਹੈ ਜੀ ਲੋਡ ਨੂੰ, ਜਿੰਨਾ ਵੀ ਘਰਾਂ ਦਾ, ਇੰਡਸਟਰੀ ਦਾ, ਕਿਸੇ ਵੀ ਤਰ੍ਹਾਂ ਦਾ ਇੰਡਕਟਿਵ ਲੋਡ ਜੋ ਕਿ ਪਾਵਰ ਫੈਕਟਰ ਨੂੰ ਲੈਗ ਦੇ ਵਿੱਚ ਲੈ ਕੇ ਜਾਂਦਾ ਹੈ, ਉਸ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਵਾਸਤੇ ਅਸੀਂ ਕਪੈਸਿਟਿਵ ਲੋਡ ਨਾਲ ਕਨੈਕਟ ਕਰ ਦਿੰਦੇ ਆ, ਜਿਹੜਾ ਕੰਪਨਸੇਟ ਕਰ ਦਿੰਦਾ ਇਸ ਪਾਵਰ ਫੈਕਟਰ ਨੂੰ ਇੰਪਰੂਵ ਕਰ ਦਿੰਦਾ, ਕਿਉਂਕਿ ਸਾਡਾ ਪਾਵਰ ਫੈਕਟਰ ਹੈ ਜਿਹੜਾ ਉਹ 0 ਤੋਂ ਲੈ ਕੇ ਯੂਨਿਟੀ ਦੇ ਵਿਚਕਾਰ ਚੱਲਦਾ, ਤੇ ਮੈਕਸਿਮਮ ਅਸੀਂ ਲੈ ਕੇ ਚੱਲਦੇ ਹਾਂ। ਜਿੰਨਾ ਵੀ ਪਾਵਰ ਫੈਕਟਰ ਜ਼ਿਆਦਾ ਹੋਏਗਾ ਉਨੀ ਸਾਡੀ ਕਰੰਟ ਘੱਟ ਡਰਾ ਕਰੇਗਾ ਮੇਨ ਸੋਰਸ ਤੋਂ, ਤੇ ਸਾਡੀ ਵੋਲਟੇਜ ਵੀ ਜ਼ਿਆਦਾ ਰਹੇਗੀ। ਇਸ ਕਰਕੇ ਇਹ ਲੌਸਸ ਵੀ ਇਹਦੇ ਨਾਲ ਘਟਦੇ ਨੇ। ਤਾਂ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ, ਮਿਨੀਮਾਈਜ਼ ਕਰਨ ਵਾਸਤੇ ਕਪੈਸਿਟਰ ਬੈਂਕ ਵੀ ਹਰ ਇੱਕ ਗ੍ਰਿਡ ਸਬ ਸਟੇਸ਼ਨ ਦੇ ਉੱਤੇ ਲਗਾਏ ਜਾਂਦੇ ਨੇ। ਹਾਂਜੀ, ਅੱਗੇ ਜੀ ਸਾਡੇ 11 kV ਡਿਸਟ੍ਰੀਬਿਊਸ਼ਨ ਫੀਡਰ। 11 kV ਡਿਸਟ੍ਰੀਬਿਊਸ਼ਨ ਫੀਡਰ ਜਦੋਂ ਸਾਡੀ ਸਪਲਾਈ ਮੇਨ ਬ੍ਰੇਕਰਾਂ ਤੋਂ BCB ਤੋਂ ਬਾਹਰ ਨਿਕਲ ਕੇ ਪੋਲਾਂ ਦੇ ਉੱਤੇ ਕਨੈਕਟ ਹੋ ਗਈ, ਮੇਨ ਗ੍ਰਿਡ ਸਬ ਸਟੇਸ਼ਨ ਦੇ ਉੱਤੇ ਬਾਹਰ ਆਊਟਡੋਰ ਦੇ ਵਿੱਚ ਪੋਲ ਲਗਾਏ ਜਾਂਦੇ ਨੇ, H ਪੋਲ ਲਗਾਏ ਜਾਂਦੇ ਨੇ। H ਪੋਲ ਦੇ ਉੱਤੇ ਅਸੀਂ ਬਾਹਰ ਗ੍ਰਿਡ ਦੇ ਇੰਟਰਨਲ ਅੰਦਰੋਂ
XLP ਕੇਬਲ ਲਾ ਕੇ ਉੱਥੇ ਇੱਕ ਜੀਓ ਸਵਿਚ ਲਗਾਈ ਜਾਂਦੀ ਹੈ ਜੀ, ਗੈਂਗ ਆਪਰੇਟਿੰਗ ਸਵਿਚ ਬੋਲਿਆ ਜਾਂਦਾ ਹੈ, ਮੇਨ ਜੀਓ ਸਵਿਚ ਬੋਲਿਆ ਜਾਂਦਾ ਹੈ ਉਸਨੂੰ। ਉਸ ਤੋਂ ਬਾਅਦ 11 kV ਸਪਲਾਈ ਡਿਸਟਰੀਬਿਊਟ ਕੀਤੀ ਜਾਂਦੀ ਹੈ, ਜਿਹਨੂੰ ਪ੍ਰਾਇਮਰੀ ਡਿਸਟਰੀਬਿਊਸ਼ਨ ਬੋਲਿਆ ਜਾਂਦਾ ਹੈ। ਆ ਤੁਸੀਂ ਪੋਲ ਦੇਖ ਰਹੇ ਹੋ ਜੀ, HT ਪੋਲ ਨੇ ਜੀ, ਇਹ 3 ਤਾਰਾਂ ਨੇ ਜੀ, ਕ੍ਰਾਸ ਆਰਮਾਂ ਦੇ ਉੱਤੇ ਪੋਲ ਲੱਗੇ ਹੋਏ ਨੇ, ਕ੍ਰਾਸ ਆਰਮ ਦਿਖ ਰਹੇ ਨੇ ਤੁਹਾਨੂੰ, ਕ੍ਰਾਸ ਆਰਮ ਦੇ ਉੱਤੇ ਲਾਈਨ ਜਾ ਰਹੀ ਹੈ HT 11 kV ਲਾਈਨ। ਇਹ ਇੱਕ ਤਰ੍ਹਾਂ ਦੀ ਪ੍ਰਾਇਮਰੀ ਡਿਸਟਰੀਬਿਊਸ਼ਨ ਹੈ ਜਿਹੜੀ ਕਿ ਅਸੀਂ ਗ੍ਰਿਡ ਤੋਂ ਡਿਸਟਰੀਬਿਊਟ ਕੀਤੇ ਨੇ, ਤੇ ਇਹਨਾਂ ਦਾ ਕੰਟਰੋਲ ਹੈ ਸਾਰਾ ਉਹ BCB ਦੇ ਥਰੂ ਗ੍ਰਿਡ ਦੇ ਵਿੱਚ ਹੈ, ਤੇ ਅੱਗੇ ਫਰਦਰ ਡਿਸਟਰੀਬਿਊਟ ਕਰ ਦਿੱਤਾ ਹੈ। ਅਸੀਂ ਆਮ ਆਪਣੇ ਇਹਨਾਂ ਨੂੰ ਦੇਖਦੇ ਹਾਂ। ਉਸ ਤੋਂ ਬਾਅਦ ਜੀ ਆ ਜਾਂਦਾ ਪੋਲ ਮਾਊਂਟਡ ਸਬ ਸਟੇਸ਼ਨ। ਪੋਲ ਮਾਊਂਟਡ ਸਬ ਸਟੇਸ਼ਨ ਇਸ ਤਰ੍ਹਾਂ ਦਾ ਸਬ ਸਟੇਸ਼ਨ ਹੈ ਜਿਹੜਾ ਸਾਡੇ ਨੇੜੇ ਤੇੜੇ ਅਸੀਂ ਹਰ ਰੋਜ਼ ਦੇਖਦੇ ਹਾਂ। ਇੱਕ ਡਿਸਟਰੀਬਿਊਸ਼ਨ ਟਰਾਂਸਫਾਰਮਰ ਨੂੰ ਇੱਕ HT ਲਾਈਨ ਦੇ ਕਿਤੇ ਵੀ ਜਿੱਥੇ ਸਾਨੂੰ ਲੋਡ ਦੀ ਰਿਕੁਆਇਰਮੈਂਟ ਹੈ, ਜਿੱਥੇ ਸਾਡਾ ਲੋਡ ਹੈ, ਭਾਵ ਸਾਡੇ ਘਰ ਹੈ, ਸਾਡੀ ਇੰਡਸਟਰੀ ਹੈ, ਕਿਸੇ ਵੀ ਤਰ੍ਹਾਂ ਦਾ ਲੋਡ ਹੈ ਜਿਹਨੂੰ ਅਸੀਂ ਪੂਰਾ ਕਰਨਾ ਹੈ, ਉਹਦੀ ਪੂਰਤੀ ਕਰਨ ਲਈ ਅਸੀਂ ਲਾਈਨ ਦੇ ਕਿਤੇ ਵੀ ਜਿੱਥੇ ਸਾਡੀ ਰਿਕੁਆਇਰਮੈਂਟ ਐਜ਼ ਪਰ ਰਿਕੁਆਇਰਮੈਂਟ ਉੱਥੇ ਅਸੀਂ ਇੱਕ ਡਿਸਟਰੀਬਿਊਸ਼ਨ ਟਰਾਂਸਫਾਰਮਰ ਰੱਖ ਲੈਂਦੇ ਹਾਂ HT ਲਾਈਨ ਤੇ। HT ਲਾਈਨ ਤੇ ਇਹਦਾ ਬਕਾਇਦਾ ਬੈੱਡ ਤਿਆਰ ਕੀਤਾ ਜਾਂਦਾ ਹੈ ਟਰਾਂਸਫਾਰਮਰ ਦਾ, ਇੱਥੇ ਇਹ ਡਿਸਟਰੀਬਿਊਸ਼ਨ ਟਰਾਂਸਫਾਰਮਰ ਨੂੰ ਰੱਖਿਆ ਜਾਂਦਾ ਹੈ। ਡਿਸਟਰੀਬਿਊਸ਼ਨ ਟਰਾਂਸਫਾਰਮਰ ਦੀ ਜਿਹੜੀ ਕਪੈਸਿਟੀ ਹੈ 100 kVA, 200 kVA, 500 kVA, ਇਹ ਆਮ ਨਾਰਮਲੀ ਡਿਸਟਰੀਬਿਊਸ਼ਨ ਟਰਾਂਸਫਾਰਮਰ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ। ਇਹਨਾਂ ਨੂੰ ਪ੍ਰਾਇਮਰੀ ਡਿਸਟਰੀਬਿਊਸ਼ਨ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਸਰਵਿਸ ਮੇਨ ਲਾਈਨ ਜਾਂ ਸੈਕੰਡਰੀ ਡਿਸਟਰੀਬਿਊਸ਼ਨ। ਜਦੋਂ ਵੀ ਕਿਸੇ HT ਲਾਈਨ ਤੇ ਇੱਕ ਡਿਸਟਰੀਬਿਊਸ਼ਨ ਟਰਾਂਸਫਾਰਮਰ ਲਾ ਕੇ 11 kV ਸਪਲਾਈ ਨੂੰ ਸੈਕੰਡਰੀ ਸਾਈਡ ਤੋਂ ਸਟੈਪ ਡਾਊਨ ਕੀਤਾ ਜਾਂਦਾ ਹੈ 3 ਫੇਸ 415 ਜਾਂ 430 4 ਵਾਇਰ ਸਿਸਟਮ ਦੇ ਵਿੱਚ, ਜਾਂ ਅਸੀਂ ਘਰਾਂ ਦੇ ਵਿੱਚ ਜਿਹੜੀ ਆਮ ਮੋਸਟਲੀ ਯੂਜ਼ ਕਰਦੇ ਆ ਛੋਟਾ ਲੋਡ, ਘੱਟ ਲੋਡ ਹੈ ਜਿੱਥੇ, ਉੱਥੇ ਅਸੀਂ ਸਿੰਗਲ ਫੇਸ ਨਿਊਟਰਲ ਤੇ ਫੇਸ ਯੂਜ਼ ਕਰਦੇ ਆ। ਕਈ ਘਰਾਂ ਦੇ ਵਿੱਚ ਲੋਡ ਜ਼ਿਆਦਾ ਹੋਣ ਕਾਰਨ 7 ਕਿਲੋਵਾਟ ਤੋਂ ਲੋਡ ਜਦੋਂ ਵੱਧ ਜਾਂਦਾ ਹੈ, ਅਬਵ ਹੋ ਜਾਂਦਾ ਹੈ, ਤਾਂ ਉੱਥੇ 3 ਫੇਸ ਦੇ ਕਨੈਕਸ਼ਨ ਵੀ ਲਏ ਜਾਂਦੇ ਨੇ। ਤਾਂ ਜਦੋਂ ਵੀ ਸਪਲਾਈ ਸਟੈਪ ਡਾਊਨ ਹੁੰਦੀ ਹੈ ਟਰਾਂਸਫਾਰਮਰ ਤੋਂ, ਡਿਸਟਰੀਬਿਊਸ਼ਨ ਟਰਾਂਸਫਾਰਮਰ ਤੋਂ, ਜਿਹੜੀ ਮੇਨ ਇੱਕ ਲਾਈਨ ਪਾਈ ਜਾਂਦੀ ਹੈ, ਇੱਕ ਸਰਵਿਸ ਲਾਈਨ ਪਾਈ ਜਾਂਦੀ ਹੈ, PVC ਪਾਈ ਜਾਂਦੀ ਹੈ, ਅਸੀਂ ਆਮ ਦੇਖਦੇ ਹਾਂ 6 mm 4 mm 10 mm ਦੀ, ਜਾਂ 3 ਫੇਸ ਲਈ 3 ਕੋਰ ਕੇਬਲ ਪਾਈ ਜਾਂਦੀ ਹੈ, LT ਪਾਈ ਜਾਂਦੀ ਹੈ, ਵੇਅਰ ਕੰਡਕਟਰ। ਇਹ ਸੈਕੰਡਰੀ ਡਿਸਟਰੀਬਿਊਸ਼ਨ ਹੈ। ਤੇ ਇੱਥੋਂ ਅੱਗੇ ਫਰਦਰ ਇਹ ਘਰਾਂ ਦੇ ਲਈ ਕਨੈਕਸ਼ਨ ਤੁਸੀਂ ਇਮੇਜ ਦੇ ਵਿੱਚ ਦੇਖ ਰਹੇ ਹੋ, 4 ਤਾਰਾਂ ਨੇ ਜੀ, ਇਹਦੇ ਵਿੱਚ 3 ਫੇਸ ਨੇ, ਰੈੱਡ ਯੈਲੋ ਬਲੂ, ਤੇ ਇੱਕ ਨਿਊਟਰਲ ਅਸੀਂ ਸਟਾਰ ਪੁਆਇੰਟ ਤੋਂ ਡਿਸਟਰੀਬਿਊਸ਼ਨ ਟਰਾਂਸਫਾਰਮਰ ਦੇ ਲੈਂਦੇ ਆ। ਤੇ ਇਹ ਇੰਡਸਟਰੀ ਲਈ 3 ਫੇਸ ਤੇ ਘਰਾਂ ਲਈ ਅਸੀਂ ਸਿੰਗਲ ਫੇਸ, ਜਾਂ ਜਿੱਥੇ ਲੋਡ ਜ਼ਿਆਦਾ ਹੈ ਘਰਾਂ ਦੇ ਵਿੱਚ, ਵੱਡੇ ਘਰ ਨੇ, ਕਨੈਕਸ਼ਨ 7 ਕਿਲੋਵਾਟ ਤੋਂ ਵੱਧ ਹੈ, ਤਾਂ ਉੱਥੇ ਅਸੀਂ ਇਹ ਜ਼ਿਆਦਾ ਕੇਬਲ ਪਾਈ ਜਾਂਦੀ ਹੈ, ਇਹਨੂੰ ਅਸੀਂ ਸਰਵਿਸ ਮੇਨ ਲਾਈਨ ਬੋਲਦੇ ਹਾਂ। ਇਹ ਸੀ ਸਾਡਾ ਇੱਕ ਜਨਰੇਸ਼ਨ ਪੁਆਇੰਟ ਤੋਂ ਲੈ ਕੇ, ਇੱਕ ਜਨਰੇਟਿੰਗ ਸਟੇਸ਼ਨ ਤੋਂ ਲੈ ਕੇ ਸਾਡੇ ਘਰ ਤੱਕ ਸਪਲਾਈ ਪਹੁੰਚੀ, ਤੇ ਉਹਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟ ਯੂਜ਼ ਹੋਏ, ਕਿਹੜੇ ਕਿਹੜੇ ਕੰਪੋਨੈਂਟਾਂ ਦਾ ਕੀ ਕੀ ਰੋਲ ਸੀ। ਗ੍ਰਿਡ ਸਬ ਸਟੇਸ਼ਨ 66 kV 220, ਇਹਨਾਂ ਦੇ ਵਿੱਚ ਜਿਹੜੇ ਜਿਹੜੇ ਕੰਪੋਨੈਂਟ ਲੱਗੇ ਸਾਰੇ ਅਸੀਂ ਕੋਸ਼ਿਸ਼ ਕੀਤੀ ਗਈ ਹੈ ਮੇਰੇ ਵੱਲੋਂ ਵੀ ਮੈਂ ਕਾਫੀ ਹੱਦ ਤੱਕ ਦੱਸ ਸਕਾਂ, ਤੇ ਇਹਨਾਂ ਦਾ ਕੀ ਰੋਲ ਸੀ, ਇਸ ਤਰ੍ਹਾਂ ਇਹ ਕਨੈਕਟ ਕਰਦੇ ਤੇ ਕਿਸ ਤਰ੍ਹਾਂ ਇਹਨਾਂ ਦੀ ਅਸੀਂ ਸੇਫਟੀ ਕੀਤੀ ਜਾਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਸਰ, ਨੈਕਸਟ ਕਰ ਦਿਓ ਜੀ ਸਲਾਈਡ। ਹਾਂਜੀ, ਉਸ ਤੋਂ ਬਾਅਦ ਸਾਡਾ ਪੰਜਾਬ ਗੌਰਮੈਂਟ ਦਾ ਇੱਕ ਮਿਸ਼ਨ ਫਤਿਹ ਪ੍ਰੋਗਰਾਮ ਚੱਲ ਰਿਹਾ। ਮਿਸ਼ਨ ਫਤਿਹ ਦੇ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਕਰੋਨਾ ਵਾਇਰਸ ਜੋ ਅੱਜ ਕੱਲ ਬੜਾ ਚੱਲ ਰਿਹਾ ਹੈ, ਇਸ ਤੋਂ ਕਿਸ ਤਰ੍ਹਾਂ ਬਚਣਾ ਹੈ, ਸੋਸ਼ਲ ਡਿਸਟੈਂਸ ਬਕਾਇਦਾ ਪ੍ਰੋਪਰ ਰੱਖਣੀ ਹੈ ਇੱਕ ਦੂਜੇ ਤੋਂ, ਤੇ ਬਕਾਇਦਾ ਮਾਸਕ ਪਾ ਕੇ ਰੱਖਣਾ ਹੈ, ਸੈਨੀਟਾਈਜ਼ਰ ਦੀ ਵਰਤੋਂ ਕਰਨੀ ਹੈ, ਤੇ ਜਿੰਨਾ ਹੋ ਸਕੇ ਲੋੜ ਮੁਤਾਬਕ ਹੀ ਘਰ ਤੋਂ ਬਾਹਰ ਨਿਕਲੋ, ਘਰ ਵਿੱਚ ਹੀ ਰਹੋ, ਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰੋ। ਧੰਨਵਾਦ ਜੀ। ਹਾਂਜੀ ਸਰ, ਨੈਕਸਟ ਕਰ ਦਿਓ ਜੀ। ਇਹ ਜਿਹੜੀ PPT ਤਿਆਰ ਕੀਤੀ ਗਈ ਹੈ, ਇਹਦੇ ਰਿਗਾਰਡਿੰਗ ਕੁਝ ਰੈਫਰੈਂਸਿਸ ਨੇ। ਕੁਛ ਤਾਂ ਇਹ ਜਾਣਕਾਰੀ ਗ੍ਰਿਡ ਸਬ ਸਟੇਸ਼ਨ ਸਟਾਫ PSPCL ਤੋਂ ਲਈ ਗਈ ਹੈ, ਕੁਛ ਸਾਈਟਸ ਨੇ ਇਹਦੇ ਵਿੱਚ ਮੈਂ ਦਿੱਤੀਆਂ ਨੇ, ਉੱਥੋਂ ਲਿਆ ਗਿਆ ਡਾਟਾ ਹੈ, ਕੁਛ ਇੰਟਰਨੈਟ ਦੇ ਹੋਰ ਸੋਰਸਿਸ ਦੁਆਰਾ ਗੂਗਲ ਤੋਂ ਸਰਚ ਕੀਤਾ ਗਿਆ, ਇਹਦੇ ਰੈਫਰੈਂਸ ਦਿੱਤੇ ਗਏ ਨੇ।
ਕੁਝ ਲਾਇਬ੍ਰੇਰੀ ਵਗੈਰਾ ਤੋਂ ਬੁੱਕਸ ਤੋਂ ਲਿਆ ਗਿਆ। ਹਾਂਜੀ ਹਾਂਜੀ ਇਸ ਲਾਸਟ ਦੇ ਵਿੱਚ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ। ਤੇ ਮੈਂ ਸਤਨਾਮ ਸਿੰਘ ਧੀਮਾਨ, ਤੇ ਕਿਸੇ ਵੀ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਕੋਈ ਕੁਐਸਚਨ ਹੈ ਤੁਹਾਡਾ ਤਾਂ ਤੁਸੀਂ ਪੁੱਛ ਸਕਦੇ ਹੋ। ਮੇਰਾ ਮੋਬਾਈਲ ਨੰਬਰ ਤੇ ਮੇਰੀ ਈਮੇਲ ਆਈਡੀ ਇੱਥੇ ਬਕਾਇਦਾ ਸ਼ੋ ਦਿੱਤੀ ਗਈ ਹੈ ਲਾਸਟ ਸਲਾਈਡ ਦੇ ਉੱਤੇ। ਜੇ ਕਿਸੇ ਤਰ੍ਹਾਂ ਦਾ ਕੁਐਸਚਨ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਹਾਂਜੀ ਠੀਕ ਹੈ ਸਤਨਾਮ ਸਰ, ਮੈਂ ਅਨਮਿਊਟ ਕਰਦਾ ਜੀ ਸਾਰਿਆਂ ਨੂੰ। ਤੇ ਠੀਕ ਹੈ ਜੀ, ਬਾਕੀ ਤੁਸੀਂ ਵੀ ਆਪਣੇ ਆਪ ਨੂੰ ਅਨਮਿਊਟ ਕਰ ਲੈਣਾ ਜੀ, ਇੱਕ ਵਾਰ ਮਿਊਟ ਹੋ ਜਾਓਗੇ। ਪਾਰਟਿਸਿਪੈਂਟ ਠੀਕ ਪਲੀਜ਼ ਆਪਣੇ ਆਪ ਨੂੰ ਠੀਕ ਹੈ ਅਨਮਿਊਟ ਜੀ, ਕਰਕੇ ਕੁਐਸਚਨ ਪੁੱਛਣਾ। ਤੇ ਦੂਜੀ ਗੱਲ ਇਹ ਹੈ, ਜਿਹਨੇ ਕੁਐਸਚਨ ਪੁੱਛਣਾ ਉਹੀ ਅਨਮਿਊਟ ਕਰਿਓ ਜੀ, ਬਾਕੀ ਆਪਣੇ ਆਪ ਨੂੰ ਮਿਊਟ ਹੀ ਰੱਖਿਓ। 1 by 1 ਯੂ ਕੈਨ ਆਸਕ ਦਾ ਕੁਐਸਚਨ। ਹਾਂਜੀ ਸਤਨਾਮ ਸਰ, ਕਰ ਲਿਓ ਜੀ ਆਪਣੇ ਆਪ ਨੂੰ ਅਨਮਿਊਟ। ਸਤਨਾਮ ਜੀ ਅਨਮਿਊਟ ਕਰੋ। ਹੈਲੋ। ਹਾਂਜੀ ਜੇ ਕੋਈ ਕੁਐਸਚਨ ਹੈ ਜੀ ਰਿਗਾਰਡ ਹੈਲੋ। ਹੈਲੋ ਹਾਂਜੀ ਹਾਂਜੀ ਸਰ ਜੀ, ਉਹ ਐਂ ਪੁੱਛਣਾ ਸੀਗਾ, ਜਿਹੜਾ ਉਹ ਤੁਸੀਂ ਕਪੈਸਿਟਰ ਦੱਸਿਆ ਸੀਗਾ ਸਰ, ਉਹ ਹਾਂਜੀ ਲੀਡਿੰਗ ਕਰਦਾ ਕਿ ਲੈਗਿੰਗ ਸਰ? ਉਹ ਕਿਹਦੇ ਵਾਸਤੇ ਆ? ਉਹ ਟੌਪਿਕ ਮਾੜਾ ਐਕਸਪਲੇਨ ਕਰ ਦਿਓ ਇਸ ਬਾਰੇ। ਹਾਂਜੀ ਹਾਂਜੀ ਕਪੈਸਿਟਰ ਬੈਂਕ ਰਾਜੇ, ਜਿਹੜਾ ਕਪੈਸਿਟਰ ਬੈਂਕ ਲਗਾਇਆ ਜਾਂਦਾ ਜੀ, ਉਹ ਅਸੀਂ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਵਾਸਤੇ ਲਗਾਉਂਦੇ ਆ। ਜਦੋਂ ਵੀ ਸਾਡੇ ਲਵੇ ਦੇਖੋ 3 ਤਰ੍ਹਾਂ ਦੇ ਲੋਡ ਹੁੰਦੇ ਨੇ ਜੀ। ਇੱਕ ਤਾਂ ਹੁੰਦਾ ਰਜਿਸਟਿਵ ਲੋਡ, ਇੱਕ ਇੰਡਕਟਿਵ ਲੋਡ, ਤੇ ਤੀਜਾ ਹੁੰਦਾ ਕਪੈਸਿਟਿਵ ਲੋਡ। ਆਮ ਮੋਸਟਲੀ ਜਿਹੜੀਆਂ ਜਿੰਨੇ ਵੀ ਇੰਡਕਟਿਵ ਲੋਡ ਨੇ, ਜਿੱਥੇ ਕੋਇਲਾਂ ਹੋ ਗਈਆਂ, ਕੋਈ ਟਰਾਂਸਫਾਰਮਰ ਹੋ ਗਿਆ, ਮੋਟਰਾਂ ਹੋ ਗਈਆਂ, ਟੋਟਲੀ ਜਿੱਥੇ ਕੋਇਲ ਬਣ ਰਹੀ ਹੈ ਇਹ ਟੋਟਲੀ ਹਾਂਜੀ ਇੰਡਕਟਿਵ ਲੋਡ ਹੈ ਜੀ। ਇੰਡਕਟਿਵ ਲੋਡ ਹੈ, ਇਹ ਪਾਵਰ ਫੈਕਟਰ ਨੂੰ ਲੈਗ ਦੇ ਵਿੱਚ ਲੈ ਕੇ ਜਾ ਰਿਹਾ ਜੀ, ਪਿੱਛੇ ਨੂੰ ਲੈ ਕੇ ਜਾ ਰਿਹਾ। ਜਿਹੜਾ ਐਂਗਲ ਬਣਦਾ ਹੈ ਇੰਡਕਟਿਵ ਕੇਸ ਦੇ ਵਿੱਚ, ਉਹ 90 ਡਿਗਰੀ ਲੈਗ ਬਣਦਾ ਜੀ। ਰਜਿਸਟਿਵ ਕੇਸ ਦੇ ਵਿੱਚ ਇਨ ਫੇਸ ਹੁੰਦੇ ਹੈ ਦੋਨੋਂ, ਤੇ ਇੰਡਕਟਿਵ ਕੇਸ ਦੇ ਵਿੱਚ ਇਹ ਲੈਗ ਕਰ ਰਿਹਾ, ਪਾਵਰ ਫੈਕਟਰ ਨੂੰ ਘਟਾ ਰਿਹਾ। ਤੇ ਇਸ ਚੀਜ਼ ਨੂੰ ਕੰਪਨਸੇਟ ਕਰਨ ਵਾਸਤੇ, ਕਿਉਂਕਿ ਜਿੰਨਾ ਪਾਵਰ ਫੈਕਟਰ ਸਾਡਾ ਘੱਟ ਹੋਏਗਾ ਉਹਨਾਂ ਉਹ ਅਸੀਂ ਮੇਨ ਸੋਰਸ ਤੋਂ ਕਰੰਟ ਵੱਧ ਡਰਾ ਕਰੇਗਾ, ਸਾਡੀ ਵੋਲਟੇਜ ਘੱਟ ਹੋਏਗੀ। ਤੇ ਇਹ ਚੀਜ਼ਾਂ ਨੂੰ ਖਤਮ ਕਰਨ ਵਾਸਤੇ, ਕਿਉਂਕਿ ਜਿੰਨਾ ਅਸੀਂ ਕਰੰਟ ਜ਼ਿਆਦਾ ਡਰਾ ਕਰੋਗੇ, ਜੇ ਮੰਨ ਲਓ ਕਿ ਸਪੋਜ਼ ਕਰੋ ਇੱਕ ਕੰਡਕਟਰ ਦੀ ਜਿਹੜੀ ਕਪੈਸਿਟੀ ਸੀ, ਕਰੰਟ ਕੈਰਿੰਗ ਕਪੈਸਿਟੀ ਸੀਗੀ, ਉਹ 5 ਐਂਪੀਅਰ ਦੀ ਸੀ। ਜਦੋਂ ਪਾਵਰ ਫੈਕਟਰ ਇੰਡਕਟਿਵ ਲੋਡ ਕਾਰਨ ਜ਼ਿਆਦਾ ਘਟ ਗਿਆ ਤਾਂ ਉਹਦੀ ਜਿਹੜੀ ਉਹਨੇ ਕਰੰਟ ਡਰਾ ਕਰਨਾ ਸ਼ੁਰੂ ਕਰਤਾ ਮੇਨ ਸੋਰਸ ਤੋਂ 7 ਐਂਪੀਅਰ 8 ਐਂਪੀਅਰ ਜ਼ਿਆਦਾ। ਹਾਲਾਂਕਿ ਉਹਦੀ ਜਿਹੜੀ ਕਪੈਸਿਟੀ ਸੀ, ਕਰੰਟ ਕੈਰਿੰਗ ਕਪੈਸਿਟੀ ਸੀ, ਉਹ 5 ਐਂਪੀਅਰ ਦੀ ਸੀ। ਉਹਦੇ ਕਾਰਨ ਕੀ ਹੋਇਆ, ਕੰਡਕਟਰ ਗਰਮ ਹੋ ਗਿਆ ਜੀ। ਗਰਮ ਹੋਣ ਦੇ ਕਾਰਨ ਉਹ ਬ੍ਰੇਕਡਾਊਨ ਹੋ ਜਾਂਦੀ ਹੈ ਜੀ। ਕਈ ਵਾਰ ਤੁਸੀਂ ਵੱਡੀਆਂ ਮੇਨ ਲਾਈਨਾਂ ਬ੍ਰੇਕਡਾਊਨ ਹੁੰਦੀਆਂ ਨੇ, ਉਹਦਾ ਕਾਰਨ ਇਹੀ ਹੁੰਦਾ ਹੈ ਵੀ ਕਰੰਟ ਜਿੰਨੀ ਉਹਨਾਂ ਦੀ ਕਪੈਸਿਟੀ ਸੀ ਕਰੰਟ ਕੈਰਿੰਗ, ਉਹ ਤੋਂ ਉਹ ਜ਼ਿਆਦਾ ਕਰੰਟ ਚੁੱਕਣ ਲੱਗੀਆਂ, ਜਿਸ ਕਾਰਨ ਉਹ ਬ੍ਰੇਕਡਾਊਨ ਹੋ ਗਈਆਂ। ਇਸ ਚੀਜ਼ ਨੂੰ ਮਿਨੀਮਾਈਜ਼, ਇਸ ਚੀਜ਼ ਨੂੰ ਕੰਪਨਸੇਟ ਕਰਨ ਵਾਸਤੇ ਅਸੀਂ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਵਾਸਤੇ ਕਪੈਸਿਟਰ ਬੈਂਕ ਨੂੰ ਜੋੜਦੇ ਆ ਜੀ, ਪੈਰਲਲ ਦੇ ਵਿੱਚ ਜੋੜਦੇ ਆ, ਤਾਂ ਕਿ ਸਾਡਾ ਜਿਹੜਾ ਪਾਵਰ ਫੈਕਟਰ ਹੈ ਇੰਪਰੂਵ ਹੋ ਜੇ। 0.92 0.93 0.98 ਯੂਨਿਟੀ ਤੱਕ ਅਸੀਂ ਲੈ ਜਾਂਦੇ ਆ ਜੀ। ਇਹਨੂੰ ਲੀਡ ਦੇ ਵਿੱਚ ਲਿਜਾਣਾ ਹੁੰਦਾ ਹੈ। ਕਪੈਸਿਟਰ ਬੈਂਕ ਜਾਂ ਕਪੈਸਿਟਰ ਲਗਾਉਣ ਦਾ ਸਾਡਾ ਮੇਨ ਮਕਸਦ ਇਹੀ ਹੁੰਦਾ ਹੈ। ਹਾਂਜੀ ਇਹ 0.8 ਤੱਕ ਹੋ ਜਾਂਦਾ ਜੀ ਜਦੋਂ ਲਾ ਦਿੰਦੇ ਆ ਸਰ ਇਹਨੂੰ ਆਨ ਕਰਨ ਤੇ? ਫਿਰ ਇਹ ਡਿਪੈਂਡ ਕਰਦਾ ਜੀ ਤੁਹਾਡੇ ਲੋਡ ਤੇ, ਤੁਹਾਡੇ ਕਪੈਸਿਟਰ ਦੇ ਕਿਆ ਕਹਿੰਦੇ ਉਹਨੂੰ ਰੇਟਿੰਗ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਰੇਟਿੰਗ ਦਾ ਲਗਾ ਰਹੇ ਹੋ। ਜਿੰਨਾ ਲੋਡ ਹੋਏਗਾ ਉਹਦੇ ਲੋਡ ਦੀ ਕਪੈਸਿਟੀ ਦੇ ਹਿਸਾਬ ਨਾਲ ਅਸੀਂ ਕਪੈਸਿਟਰ ਬੈਂਕ ਲਗਾਉਂਦੇ ਆ। ਜੇਕਰ ਕਪੈਸਿਟਰ ਬੈਂਕ ਸਾਡੇ ਲਈ ਲੋਡ ਘੱਟ ਹੈ ਤੇ ਅਸੀਂ ਵੱਡਾ ਕਪੈਸਿਟਰ ਲਗਾ ਦਿੰਦੇ ਆ। ਉਹਦੇ ਨਾਲ ਉਹਦੀ ਇੱਕ ਡਿਸਐਡਵਾਂਟੇਜ ਇਹ ਹੋ ਜਾਂਦੀ ਹੈ ਜੀ, ਪਾਵਰ ਫੈਕਟਰ ਹੈ ਜਿਹੜਾ ਉਹ ਲੀਡਿੰਗ ਦੇ ਵਿੱਚ ਚਲਿਆ ਜਾਂਦਾ। ਕਈ ਵਾਰ 1 ਤੋਂ ਅਬਵ ਹੋ ਜਾਂਦਾ, ਯੂਨਿਟੀ ਤੋਂ ਪਲੱਸ ਹੋ ਜਾਂਦਾ। ਉਹਦੀ ਵੀ ਡਿਸਐਡਵਾਂਟੇਜ ਇਹ ਹੈ ਕਿ ਉਹਦਾ ਵੀ ਉਨਾ ਹੀ ਨੁਕਸਾਨ ਹੈ ਜਿੰਨਾ ਲੈਗਿੰਗ ਦੇ ਵਿੱਚ ਨੁਕਸਾਨ ਹੈ। ਇਸ ਕਰਕੇ ਅਸੀਂ ਯੂਨਿਟੀ ਤੋਂ ਨਹੀਂ, ਠੀਕ ਇਸ ਹੈ ਕਰਕੇ ਜੀ। ਇਹਦਾ ਹਾਂਜੀ ਸਤਨਾਮ ਸਰ ਐਂਡ ਕਰਨਾ ਪਊਗਾ ਜੀ, ਟਾਈਮ ਹੋ ਗਿਆ ਜੀ। ਹਾਂ ਠੀਕ ਹੈ, ਹਾਂਜੀ 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 ਧੰਨਵਾਦ ਸਰ ਜੀ, ਠੀਕ ਬਹੁਤ ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਸਰ, ਓਕੇ ਜੀ, ਓਕੇ।